हाँ जी, सत श्री अकाल जी सारिਆਂ ਨੂੰ। ਗਿਆਨਮ ਦੇ डिजिटल प्लेटफॉर्म ਤੇ ਤੁਹਾਡਾ ਸਵਾਗਤ ਹੈ ਜੀ। ਅੱਜ ਆਪਾਂ जीके ਦਾ 78ਵਾਂ ਮੌਕ ਸੋਲਵ ਕਰਨ ਲੱਗੇ ਹਾਂ ਜੀ। ਪਹਿਲਾ ਕੁਐਸਚਨ ਆਇਆ ਜੀ, ਵਿਚ ਆਫ ਦਾ ਫੋਲੋਇੰਗ ਡਿਨੋਟਸ ਪ੍ਰਾਇਮਰੀ ਡੈਫੀਸਿਟ। ਬਜਟ ਦੇ ਵਿੱਚ ਜਿਹੜਾ ਹੈ ਜੀ ਆਪਾਂ ਜਿਹੜਾ ਘਾਟਾ ਹੁੰਦਾ ਉਹਨੂੰ ਘਾਟੇ ਨੂੰ ਦਰਸਾਉਣ ਦੇ ਲਈ ਅਲੱਗ-ਅਲੱਗ ਤਰ੍ਹਾਂ ਦੇ ਡੈਫੀਸਿਟ ਯੂਜ਼ ਕਰਦੇ ਹਾਂ। ਉਹਨਾਂ ਦੇ ਵਿੱਚੋਂ ਪ੍ਰਾਇਮਰੀ ਡੈਫੀਸਿਟ ਹੈ ਜਿਹੜਾ ਉਹ ਕਿਸ ਪਰਪਸ ਲਈ ਯੂਜ਼ ਕੀਤਾ ਜਾਂਦਾ ਹੈ? ਫਿਸਕਲ ਡੈਫੀਸਿਟ ਪਲੱਸ ਇੰਟਰਸਟ ਪੇਮੈਂਟ, ਫਿਸਕਲ ਡੈਫੀਸਿਟ ਮਾਈਨਸ ਇੰਟਰਸਟ ਪੇਮੈਂਟ, ਫਿਸਕਲ ਡੈਫੀਸਿਟ ਪਲੱਸ ਰੈਵਨਿਊ ਡੈਫੀਸਿਟ ਜਾਂ ਨਨ ਆਫ ਦਿਸ। ਤਾਂ ਇਸ ਦਾ ਸਹੀ ਆਂਸਰ ਹੋਏਗਾ ਜੀ ਫਿਸਕਲ ਡੈਫੀਸਿਟ ਮਾਈਨਸ ਇੰਟਰਸਟ ਪੇਮੈਂਟ। ਇਹਦਾ ਮਤਲਬ ਕੀ ਹੋਇਆ ਜੀ, ਜਦੋਂ ਆਪਾਂ ਬਜਟ ਪੜ੍ਹਦੇ ਹਾਂ ਤਾਂ ਤੁਸੀਂ ਇੱਕ ਵਰਡ ਸੁਣਿਆ ਹੋਵੇਗਾ ਫਿਸਕਲ ਡੈਫੀਸਿਟ। ਫਿਸਕਲ ਡੈਫੀਸਿਟ ਕੀ ਹੁੰਦਾ ਜੀ? ਇਹ ਹੁੰਦਾ ਆਪਣਾ ਵਿੱਤੀ ਘਾਟਾ। ਮਤਲਬ ਆਪਣੇ ਜਦੋਂ ਖਰਚੇ ਜ਼ਿਆਦਾ ਹੋਣ ਤੇ ਆਮਦਨ ਘੱਟ ਹੋਵੇ, ਠੀਕ ਹੈ। ਸਪੋਜ਼ ਕਰੋ ਕਿ ਮੇਰੇ ਕੋਲ ਆਮਦਨ ਹੈਗੀ ਆ 100 ਰੁਪਏ, ਮੈਨੇ ਖਰਚਾ ਕਰਤਾ ਆਪਦਾ 150 ਰੁਪਏ, ਤਾਂ ਹੁਣ 50 ਰੁਪਏ ਜਿਹੜੇ ਮੈਨੇ ਐਕਸਟਰਾ ਖਰਚਾ ਕੀਤਾ ਜਾਂ ਤਾਂ ਮੈਨੇ ਕਿਸੇ ਤੋਂ ਉਧਾਰੇ ਫੜੇ ਹੋਣਗੇ ਜਾਂ ਮੈਨੂੰ ਕੋਈ ਦੇ ਗਿਆ ਹੋਊਗਾ, ਠੀਕ ਹੈ ਜੀ। ਤਾਂ ਫਿਸਕਲ ਡੈਫੀਸਿਟ 'ਚ ਕੀ ਹੋਊਗਾ ਵੀ ਜਿਹੜਾ ਆਪਣਾ ਟੋਟਲ ਐਕਸਪੈਂਡੀਚਰ ਹੈ ਮਾਈਨਸ ਜੇ ਆਪਾਂ ਟੋਟਲ ਆਪਣਾ ਰੈਵਨਿਊ ਕਰ ਦਈਏ ਤਾਂ ਉਹ ਨਿਕਲ ਆਊਗਾ ਜੀ ਆਪਣੇ ਕੋਲੇ ਆਪਣਾ ਫਿਸਕਲ ਡੈਫੀਸਿਟ। ਇਹਦੇ ਵਿੱਚ ਕੀ ਹੁੰਦਾ ਹੈਗਾ ਆਪਣਾ ਪਰ ਜਿਹੜਾ ਪ੍ਰਾਇਮਰੀ ਡੈਫੀਸਿਟ ਕੀ ਹੁੰਦਾ ਜੀ? ਹੁਣ ਪ੍ਰਾਇਮਰੀ ਡੈਫੀਸਿਟ ਨੂੰ ਕਾਊਂਟ ਕਰਨ ਲਈ ਕੀ ਹੋ ਗਿਆ, ਇੱਕ ਤਾਂ ਆਪਣੇ ਕੋਲੇ ਵਿੱਤੀ ਘਾਟਾ ਆ ਗਿਆ। ਹੁਣ ਜਦੋਂ ਫਿਸਕਲ ਡੈਫੀਸਿਟ ਦੇ ਵਿੱਚ ਅੱਜ ਤੋਂ ਪਹਿਲਾਂ ਜਿਹੜਾ ਆਪਣੀ ਸਰਕਾਰ ਦੇ ਲੈਵਲ ਤੇ ਜਦੋਂ ਗੱਲ ਕੀਤੀ ਜਾਵੇ, ਸਰਕਾਰਾਂ ਨੇ ਜਿਹੜੀਆਂ ਹੁਣ ਅੱਜ ਦੇ ਟਾਈਮ ਜਿਵੇਂ ਮੋਦੀ ਸਰਕਾਰ ਚੱਲ ਰਹੀ ਹੈ, ਮੋਦੀ ਸਰਕਾਰ ਤੋਂ ਜਿਹੜੀਆਂ ਪਹਿਲਾਂ ਸਰਕਾਰਾਂ ਰਹੀਆਂ ਹੋਣਗੀਆਂ ਤਾਂ ਉਹਨਾਂ ਨੇ ਜਿਹੜਾ ਹੈ ਆਪਦੇ ਸਮੇਂ ਦੇ ਵਿੱਚ ਜਾਂ ਆਪਦੇ ਸ਼ਾਸਨ ਕਾਲ ਦੇ ਸਮੇਂ 'ਚ ਅਲੱਗ-ਅਲੱਗ ਇੰਸਟੀਟਿਊਸ਼ਨਸ ਤੋਂ ਲੋਨ ਲਿੱਤਾ ਹੋਊਗਾ ਤੇ ਅੱਜ ਦੇ ਸਮੇਂ 'ਚ ਜਿਹੜਾ ਉਹ ਪਹਿਲਾਂ ਦੀਆਂ ਸਰਕਾਰਾਂ ਨੇ ਕਰਜ਼ਾ ਜਾਂ ਲੋਨ ਲਿੱਤਾ ਹੋਊਗਾ ਉਹਨੂੰ ਮੌਜੂਦਾ ਸਰਕਾਰ ਨੂੰ ਉਹਦੇ ਉੱਤੇ ਇੰਟਰਸਟ ਪੇਮੈਂਟ ਕਰਨੀ ਪੈਂਦੀ ਹੋਊਗੀ। ਤੇ ਜਦੋਂ ਆਪਾਂ ਟੋਟਲ ਫਿਸਕਲ ਡੈਫੀਸਿਟ ਦੇ ਵਿੱਚੋਂ ਉਹ ਚੀਜ਼ਾਂ ਦੇ ਉੱਤੇ ਜਿਹੜਾ ਵਿਆਜ ਦੇ ਰਹੇ ਆ ਉਹਨੂੰ ਘਟਾ ਦਈਏ ਤਾਂ ਐਕਚੁਅਲ ਦੇ ਵਿੱਚ ਆਪਣੇ ਕੋਲੇ ਜਿਹੜਾ ਡਾਟਾ ਨਿਕਲ ਕੇ ਆਊਗਾ ਉਹ ਨਿਕਲੂਗਾ ਜੀ ਆਪਣਾ ਪ੍ਰਾਇਮਰੀ ਡੈਫੀਸਿਟ। ਤਾਂ ਫਿਸਕਲ ਡੈਫੀਸਿਟ ਦੇ ਵਿੱਚੋਂ ਜਿਹੜੇ ਆਪਣੀਆਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਕਰਜ਼ੇ ਲਿੱਤੇ ਨੇ ਉਹਦੇ ਜਿਹੜਾ ਇੰਟਰਸਟ ਪੇ ਕਰ ਰਹੀ ਹੈ ਸਰਕਾਰ, ਜੇ ਉਹਨੂੰ ਆਪਾਂ ਘਟਾ ਦਈਏ ਤਾਂ ਉਹ ਨਿਕਲ ਆਊਗਾ ਜੀ ਆਪਣੇ ਕੋਲੇ ਪ੍ਰਾਇਮਰੀ ਡੈਫੀਸਿਟ, ਠੀਕ ਹੈ ਜੀ। ਨੈਕਸਟ ਕੁਐਸਚਨ ਆਇਆ, ਵਿਚ ਮੈਟਲ ਇਜ਼ ਮੋਸਟ ਅਬੰਡੈਂਟ ਇਨ ਅਰਥ ਕਰਸਟ। ਅਰਥ ਦੀ ਸਟੱਡੀ ਕਰਨ ਲਈ ਜੀ ਆਪਾਂ ਨੇ ਜਿਹੜਾ ਹੈ ਅਰਥ ਨੂੰ 3 ਪਾਰਟਸ ਦੇ ਵਿੱਚ ਡਿਵਾਈਡ ਕਰਦੇ ਹੁੰਦੇ ਹੈਗੇ। ਉੱਪਰਲਾ ਹੋ ਗਿਆ ਕਰਸਟ, ਨਿਚਲਾ ਹੋ ਗਿਆ ਮੈਂਟਲ ਤੇ ਸਭ ਤੋਂ ਨਿਚਲਾ ਹੋ ਗਿਆ ਆਪਣਾ ਕੋਰ। ਤਾਂ ਇਹਦੇ ਵਿੱਚ ਕੁਐਸਚਨ 'ਚ ਇਹ ਨਹੀਂ ਪੁੱਛਿਆ ਹੋਇਆ ਹੈਗਾ ਵੀ ਸਾਰੀ ਅਰਥ ਦੇ ਵਿੱਚ ਕਿਹੜਾ ਮੈਟਲ ਅਬੰਡੈਂਸ ਦੇ ਵਿੱਚ ਹੈ। ਇਹਦੇ ਵਿੱਚ ਇਹ ਪੁੱਛਿਆ ਹੈਗਾ ਵੀ ਜਿਹੜਾ ਅਰਥ ਦਾ ਉੱਪਰਲਾ ਪਾਸਾ ਜਿੱਥੇ ਤੇ ਆਪਾਂ ਰਹਿ ਰਹੇ ਹਾਂ ਕਰਸਟ, ਤਾਂ ਇਹਦੇ ਵਿੱਚ ਜਿਹੜਾ ਹੈ ਕਿਹੜਾ ਮੈਟਲ ਅਬੰਡੈਂਸ ਦੇ ਵਿੱਚ ਹੈ। ਆਪਸ਼ਨ ਹੈ ਜੀ ਐਲੂਮੀਨੀਅਮ, ਕੈਲਸ਼ੀਅਮ, ਮੈਗਨੀਸ਼ੀਅਮ ਜਾਂ ਆਇਰਨ। ਇਸ ਦਾ ਸਹੀ ਆਂਸਰ ਹੋਏਗਾ ਜੀ ਐਲੂਮੀਨੀਅਮ। ਜੇਕਰ ਪੁੱਛਿਆ ਜਾਂਦਾ ਪੂਰੀ ਅਰਥ ਦੇ ਵਿੱਚ ਕਿਹੜਾ ਮੈਟਲ ਸਭ ਤੋਂ ਜ਼ਿਆਦਾ ਅਬੰਡੈਂਸ ਦੇ ਵਿੱਚ ਹੈ ਤਾਂ ਉਹਦਾ ਆਂਸਰ ਹੁੰਦਾ ਜੀ ਆਇਰਨ, ਠੀਕ ਹੈ ਜੀ। ਨੈਕਸਟ ਕੁਐਸਚਨ ਆਇਆ ਜੀ ਆਪਣਾ, ਐਂਡੋਜੈਨੇਟਿਕ ਫੋਰਸਿਸ ਆਰ ਫੋਰਸਿਸ ਵਿਚ ਐਕਟ ਡੈਸ਼ ਆਫ ਦਾ ਅਰਥ। ਐਂਡੋਜੈਨੇਟਿਕ ਫੋਰਸਿਸ ਇਹਨਾਂ ਦੇ ਵਿੱਚੋਂ ਕਿਹੜੀ ਤਰ੍ਹਾਂ ਦੀਆਂ ਫੋਰਸਿਸ ਹੁੰਦੀਆਂ ਨੇ? ਇਹ ਇੰਟੀਰੀਅਰ 'ਚੋਂ ਆਉਂਦੀਆਂ ਨੇ, ਐਕਸਟੀਰੀਅਰ 'ਚੋਂ ਆਉਂਦੀਆਂ ਨੇ, ਡਿਊ ਟੂ ਗ੍ਰੈਵਿਟੀ ਹੁੰਦੀਆਂ ਨੇ ਜਾਂ ਨਨ ਆਫ ਦੀ ਅਬਵ। ਤਾਂ ਇਸ ਦੀ ਐਗਜ਼ਾਮਪਲ ਕੀ ਹੋਊਗੀ ਜੀ? ਇਹ ਹੁੰਦੀਆਂ ਨੇ ਧਰਤੀ ਦੇ ਅੰਦਰੋਂ ਜਿਹੜੀਆਂ ਫੋਰਸਾਂ ਨਿਕਲਦੀਆਂ ਨੇਗੀਆਂ ਜਾਂ ਜਿਹੜਾ ਬਲ ਨਿਕਲਦਾ ਉਹਨੂੰ ਆਪਾਂ ਕਹਿੰਦੇ ਆ ਐਂਡੋਜੈਨੇਟਿਕ ਫੋਰਸਿਸ, ਠੀਕ ਹੈ ਜੀ। ਜਿਸ ਤਰ੍ਹਾਂ ਪਲੇਟ ਟੈਕਟੋਨਿਕ ਥਿਓਰੀ ਦੇ ਵਿੱਚ ਪੜ੍ਹਿਆ ਹੈਗਾ, ਜਦੋਂ ਦੋ ਪਲੇਟਾਂ ਆਪਸ 'ਚ ਟਕਰਾਉਣਗੀਆਂ ਜੀ ਤਾਂ ਉਹਨਾਂ ਦੇ ਆਉਣ ਦੇ ਕਰਕੇ ਜਿਹੜਾ ਹੈ ਆਪਣੀਆਂ ਕਈ ਸਾਰੀਆਂ ਫੋਰਸਿਸ ਪੈਦਾ ਹੁੰਦੀਆਂ ਨੇ, ਜਿਵੇਂ ਅਰਥਕੁਏਕ ਨੇ ਜਿਹੜੇ ਉਹ ਵੀ ਅਰਥ ਦੇ ਟੈਕਟੋਨਿਕ ਐਕਟੀਵਿਟੀਜ਼ ਕਰਕੇ ਸ਼ੁਰੂ ਹੁੰਦੇ ਨੇ। ਤਾਂ ਇਹ ਜਿਹੜੀਆਂ ਫੋਰਸਿਸ ਹੁੰਦੀਆਂ ਨੇ ਇਹ ਹੁੰਦੀਆਂ ਨੇ ਜੀ ਆਪਣੀਆਂ ਇੰਟੀਰੀਅਰ ਫੋਰਸਿਸ। ਜਿਹੜੀਆਂ ਧਰਤੀ ਦੇ ਉੱਤੇ ਬਾਹਰਲੇ ਪਾਸੇ ਐਕਟ ਕਰਦੀਆਂ ਨੇ ਉਹ ਹੁੰਦੀਆਂ ਨੇਗੀਆਂ ਐਕਸਟੀਰੀਅਰ ਫੋਰਸਿਸ। ਨੈਕਸਟ ਹੈ ਜੀ, ਵਿਚ ਡਾਇਨੈਸਟੀ ਡਿਡ ਰੂਲ ਓਵਰ ਦਾ ਮਗਧ ਆਫਟਰ ਦਾ ਨੰਦਾ ਡਾਇਨੈਸਟੀ। ਨੰਦਾ ਡਾਇਨੈਸਟੀ ਤੋਂ ਬਾਅਦ ਮਗਧ ਦੇ ਵਿੱਚ ਕਿਹੜੇ ਵੰਸ਼ ਨੇ ਰਾਜ ਕੀਤਾ? ਮੌਰਿਆ, ਸ਼ੁੰਗਾ, ਗੁਪਤਾ ਜਾਂ ਕੁਸ਼ਾਨ। ਇਸ ਦਾ ਸਹੀ ਆਂਸਰ ਹੋਏਗਾ ਜੀ ਮੌਰਿਆ ਵੰਸ਼। ਅਗਰ ਮਗਧ ਦੀ ਗੱਲ ਕੀਤੀ ਜਾਵੇ ਜੀ, ਮਗਧ ਦੇ ਵਿੱਚ ਪਹਿਲੀ ਡਾਇਨੈਸਟੀ ਜਿਹੜੀ ਆਈ ਸੀ ਉਹ ਆਈ ਸੀ ਹਰਿਆਣਕਾ ਡਾਇਨੈਸਟੀ। ਹਰਿਆਣਕਾ ਡਾਇਨੈਸਟੀ ਤੋਂ ਬਾਅਦ ਆਈ ਹੈ ਜੀ ਸ਼ਿਸ਼ੂਨਾਗਾ ਡਾਇਨੈਸਟੀ। ਸ਼ਿਸ਼ੂਨਾਗਾ ਡਾਇਨੈਸਟੀ ਤੋਂ ਬਾਅਦ ਜਾ ਕੇ ਆਈ ਹੈ ਜੀ ਆਪਣੀ ਜਿਹੜੀ ਨੰਦ ਵੰਸ਼ ਆ ਗਿਆ ਜਾਂ ਨੰਦਾ ਡਾਇਨੈਸਟੀ। ਤੇ ਨੰਦਾ ਡਾਇਨੈਸਟੀ ਤੋਂ ਬਾਅਦ ਆਪਣਾ ਬਣਿਆ ਹੈਗਾ ਮੌਰਿਅਨ ਐਮਪਾਇਰ ਜਾਂ ਮੌਰਿਆ ਵੰਸ਼, ਠੀਕ ਹੈ ਜੀ, ਜਿਹਦੇ ਫਾਊਂਡਰ ਸੀਗੇ ਚੰਦਰਗੁਪਤ ਮੌਰਿਆ। ਤੇ ਸ਼ੁੰਗਾ ਵੰਸ਼ ਹੈ ਜਿਹੜਾ, ਸ਼ੁੰਗਾ ਵੰਸ਼ ਬਾਅਦ ਦੇ ਵਿੱਚ ਬਣੂਗਾ ਜੀ ਪੁਸ਼ਯਮਿੱਤਰ ਸ਼ੁੰਗਾ, ਜਿਹੜਾ ਹੋਊਗਾ ਮੌਰਿਆ ਵੰਸ਼ ਦੇ ਆਖਰੀ ਰਾਜੇ ਨੂੰ ਮਾਰ ਕੇ ਜਿਹੜਾ ਹੈ ਸ਼ੁੰਗਾ ਵੰਸ਼ ਦੀ ਸਥਾਪਨਾ ਕਰੂਗਾ। ਤੇ ਇਹਨਾਂ ਦੇ ਵਿੱਚੋਂ ਫਿਰ ਬਾਅਦ ਦੇ ਵਿੱਚ ਜਦੋਂ ਫੋਰਨ ਇਨਵੇਡਰਸ ਪੜ੍ਹਦੇ ਆ ਜੀ ਕੁਸ਼ਾਨ ਵੰਸ਼ ਆਊਗਾ। ਤੇ ਇਹੀ ਆਪਸ਼ਨ ਦੇ ਵਿੱਚ ਸਭ ਤੋਂ ਲਾਸਟ ਤੇ ਬਣੂਗਾ ਗੁਪਤਾ ਵੰਸ਼, ਠੀਕ ਹੈ ਜੀ। ਨੈਕਸਟ ਆਇਆ ਜੀ ਆਪਣੇ ਕੋਲੇ, ਹੂ ਫਾਊਂਡਡ ਦਾ ਥਿਓਸੋਫਿਕਲ ਸੋਸਾਇਟੀ। ਥਿਓਸੋਫਿਕਲ ਸੋਸਾਇਟੀ ਦੀ ਸਥਾਪਨਾ ਕਿਸ ਬੰਦੇ ਨੇ ਕੀਤੀ ਹੈ? HP ਬਲਾਵਾਟਸਕੀ, ਰਾਜਾ ਰਾਮ ਮੋਹਨ ਰਾਏ, ਮਹਾਤਮਾ ਗਾਂਧੀ, ਸਵਾਮੀ ਵਿਵੇਕਾਨੰਦ। ਤਾਂ ਇਸ ਦਾ ਸਹੀ ਆਂਸਰ ਕੀ ਹੋਏਗਾ ਜੀ? ਮੈਡਮ HP ਬਲਾਵਾਟਸਕੀ। HP ਬਲਾਵਾਟਸਕੀ ਵੀ ਨੇ ਜੀ, ਇਹਨਾਂ ਦੇ ਨਾਲ ਇੱਕ ਹੋਰ ਪਰਸਨ ਸੀ HS ਔਲਕੋਟ। ਤੇ ਇਹੀ ਆਰਗੇਨਾਈਜੇਸ਼ਨ ਦੀ ਜਦੋਂ ਇੰਡੀਆ ਦੇ ਵਿੱਚ ਬ੍ਰਾਂਚ ਖੋਲੀ ਗਈ ਤਾਂ ਐਨੀ ਬਸੰਤ ਜਿਹੜਾ ਹੈ ਇੰਡੀਆ ਦੇ ਵਿੱਚ ਆਉਂਦੇ ਨੇ ਜੀ। ਐਨੀ ਬਸੰਤ ਜਿਹੜੇ ਆਇਰਲੈਂਡ ਦੇ ਹੁੰਦੇ ਨੇ, ਕਾਂਗਰਸ ਦੇ ਫਸਟ ਵੂਮਨ ਪ੍ਰੈਜ਼ੀਡੈਂਟ ਵੀ ਬਣਦੇ ਨੇਗੇ, ਠੀਕ ਹੈ ਜੀ। ਤਾਂ ਇਹ ਆਇਆ ਥਿਓਸੋਫਿਕਲ ਸੋਸਾਇਟੀ ਬਾਰੇ।
नेक्स्ट आया जी आजीविका सेक्ट वाज फाउंडेड बाय, आजीविका संप्रदाय की स्थापना किसने की? आनंद, राहुभद्र, मखाली गौशाला या उपाली। इसका सही आंसर होएगा जी ऑप्शन नंबर सी। मखाली गौशाला ਜਿਹੜੇ ਹੈਗੇ ਨੇ ਜੀ ਇਹ ਆਪਣੀ ਜਦੋਂ ਗੌਤਮ ਬੁੱਧਿਜ਼ਮ ਜਾਂ ਜੈਨਿਜ਼ਮ ਦੀ ਸਟੱਡੀ ਕਰਦੇ ਆ ਤਾਂ ਗੌਤਮ ਬੁੱਧ ਔਰ ਮਹਾਵੀਰਾ ਦੇ ਕੰਟੈਂਪਰੇਰੀ ਇਹ ਪਰਸਨ ਵੀ ਜਿਉਂਦੇ ਸੀਗੇ ਤੇ ਇਹਨਾਂ ਨੇ ਹੀ ਕਿਹਾ ਸੀਗਾ ਮਤਲਬ ਜਿਹੜਾ ਹੈ ਵੀ ਕਿਸਮਤ ਦੇ ਵਿੱਚ ਜੋ ਲਿਖਿਆ ਉਹੀ ਬੰਦੇ ਨੂੰ ਮਿਲੇਗਾ ਤੇ ਬੰਦੇ ਦੇ ਐਫਰਟਸ ਦਾ ਨਾਲ ਕੋਈ ਮੇਜਰ ਰੋਲ ਪਲੇ ਨਹੀਂ ਹੁੰਦਾ ਹੈਗਾ। ਠੀਕ ਹੈ ਜੀ, ਜੋ ਕਿਸਮਤ 'ਚ ਲਿਖਿਆ ਉਹਨੂੰ ਬਦਲਿਆ ਨਹੀਂ ਜਾ ਸਕਦਾ। ਇਹ ਬੇਸਿਕਲੀ ਫਿਲਾਸਫੀ ਸੀ ਮਖਾਲੀ ਗੋਸ਼ਾਲਾ ਦੀ। ਠੀਕ ਹੈ ਜੀ, ਤੇ ਇਹਨਾਂ ਨੇ ਹੀ ਜਿਹੜਾ ਹੈ ਆਜੀਵਿਕਾ ਸੰਪਰਦਾਇ ਦੀ ਸਥਾਪਨਾ ਕੀਤੀ ਹੈਗੀ ਹੈ। ਇੱਕ ਇਹ ਵੀ ਯਾਦ ਰੱਖਿਓ ਜੀ, ਇਹ ਵੀ ਪੁੱਛ ਲੈਂਦੇ ਨੇ ਕਿ ਵੀ ਜਿਹੜਾ ਆਜੀਵਿਕਾ ਧਰਮ ਹੈਗਾ ਇਹ ਕਿਹੜੇ ਰਾਜੇ ਨੇ ਅਪਣਾਇਆ ਸੀਗਾ। ਇਹ ਜਿਹੜਾ ਧਰਮ ਅਪਣਾਇਆ ਜੀ ਇਹ ਅਪਣਾਇਆ ਸੀ ਮੌਰਿਆ ਵੰਸ਼ ਦਾ ਜਿਹੜਾ ਦੂਸਰਾ ਰਾਜਾ ਹੋਊਗਾ। ਪਹਿਲਾ ਰਾਜਾ ਸੀਗਾ ਚੰਦਰਗੁਪਤ ਮੌਰਿਆ, ਚੰਦਰਗੁਪਤ ਮੌਰਿਆ ਜਿਹੜਾ ਜੈਨ ਧਰਮ ਅਪਣਾਊਗਾ। ਬਿੰਦੂਸਾਰ ਹੈ ਜਿਹੜਾ ਬਿੰਦੂਸਾਰ ਅਪਣਾਊਗਾ ਜੀਵਿਕਾ ਧਰਮ। ਤੇ ਤੀਜਾ ਜਿਹੜਾ ਮਹਾਨ ਰਾਜਾ ਆਉਂਦਾ ਇਹਨਾਂ 'ਚ ਅਸ਼ੋਕ, ਅਸ਼ੋਕਾ ਦਾ ਗ੍ਰੇਟ, ਇਹ ਅਪਣਾਊਗਾ ਬੁੱਧ ਧਰਮ ਨੂੰ ਜਾਂ ਬੁੱਧਿਜ਼ਮ ਨੂੰ। ਠੀਕ ਹੈ ਜੀ, ਨੈਕਸਟ ਕੁਐਸਚਨ ਆਇਆ ਜੀ who among the following Pakistani citizen is awarded with Bharat Ratna by government of India। ਭਾਰਤ ਸਰਕਾਰ ਵੱਲੋਂ ਕਿਹੜੇ ਪਾਕਿਸਤਾਨੀ ਬੰਦੇ ਨੂੰ ਜਿਹੜਾ ਹੈ ਭਾਰਤ ਰਤਨ ਦਿੱਤਾ ਗਿਆ ਹੈਗਾ। ਆਪਸ਼ਨ ਹੈ ਜੀ ਲਿਆਕਤ ਅਲੀ ਖਾਨ, ਮੁਹੰਮਦ ਅਲੀ ਜਿੰਨਾ, ਖਾਨ ਅਬਦੁਲ ਗਫਾਰ ਖਾਨ ਜਾਂ ਮੁਹੰਮਦ ਇਕਬਾਲ। ਤਾਂ ਇਸ ਦਾ ਸਹੀ ਆਂਸਰ ਹੋਏਗਾ ਜੀ ਆਪਸ਼ਨ ਨੰਬਰ ਸੀ ਖਾਨ ਅਬਦੁਲ ਗਫਾਰ ਖਾਨ। ਖਾਨ ਅਬਦੁਲ ਗਫਾਰ ਖਾਨ ਨੇ ਜਿਹੜਾ ਹੈ ਜੀ ਜਦੋਂ ਗਾਂਧੀ ਜੀ ਨੇ ਆਪਣਾ ਡਾਂਡੀ ਮਾਰਚ ਚਲਾਇਆ ਸੀ 1929 ਦੇ ਵਿੱਚ ਇਹਨਾਂ ਜਿਹੜਾ ਹੈਗਾ ਡਾਂਡੀ ਮਾਰਚ ਸ਼ੁਰੂ ਕੀਤਾ ਜਾਂਦਾ, ਸੌਰੀ 1930 ਦੇ ਵਿੱਚ ਡਾਂਡੀ ਮਾਰਚ ਸ਼ੁਰੂ ਕੀਤਾ ਜਾਂਦਾ ਤੇ ਬਾਅਦ ਦੇ ਵਿੱਚ ਜਿਹੜਾ ਹੈ ਆਪਣਾ ਭਾਰਤ ਦੇ ਵਿੱਚ ਸਿਵਲ ਡਿਸਓਬੀਡੀਐਂਸ ਮੂਵਮੈਂਟ ਸ਼ੁਰੂ ਕੀਤੀ ਜਾਂਦੀ ਹੈਗੀ ਹੈ। ਤੇ ਖਾਨ ਅਬਦੁਲ ਗਫਾਰ ਖਾਨ ਨੇ ਜਿਹੜਾ ਹੈ ਇਹੀ ਤਰ੍ਹਾਂ ਦੀ ਮੂਵਮੈਂਟ ਜਿਹੜੀ ਪਸ਼ਾਵਰ ਦੇ ਵਿੱਚ ਲੀਡ ਕੀਤੀ ਸੀ। ਇਹਨਾਂ ਦੇ ਦੁਆਰਾ ਇੱਕ ਅੰਦੋਲਨ ਵੀ ਚਲਾਇਆ ਜਾਂਦਾ ਜੀ ਰੈੱਡ ਸ਼ਰਟ ਮੂਵਮੈਂਟ। ਤੇ ਰੈੱਡ ਸ਼ਰਟ ਮੂਵਮੈਂਟ ਦੇ ਜਿਹੜੇ ਮੈਂਬਰ ਹੁੰਦੇ ਸੀਗੇ ਇਹਨਾਂ ਨੂੰ ਕਿਹਾ ਜਾਂਦਾ ਸੀ ਖੁਦਾਈ ਖਿਦਮਤਗਾਰ। ਠੀਕ ਹੈ ਜੀ, ਮਤਲਬ ਇਹਨਾਂ ਨੇ ਇੱਕ ਜਦੋਂ ਮਹਾਤਮਾ ਗਾਂਧੀ ਨੇ ਡਾਂਡੀ ਮਾਰਚ ਕੱਢਿਆ ਉਸੇ ਤਰਜ਼ ਦੇ ਉੱਤੇ ਜਿਹੜਾ ਹੈ ਪੇਸ਼ਾਵਰ ਦੇ ਵਿੱਚ ਵੀ ਇੱਕ ਮਾਰਚ ਨੂੰ ਲੀਡ ਕੀਤਾ ਸੀਗਾ ਤੇ ਉਸ ਤੋਂ ਇਲਾਵਾ ਰੈੱਡ ਸ਼ਰਟ ਲਾਲ ਕਮੀਜ਼ ਅੰਦੋਲਨ ਚਲਾਇਆ ਜਿਹਦੇ ਮੈਂਬਰਾਂ ਨੂੰ ਕੀ ਹੈ ਖੁਦਾਈ ਖਿਦਮਤਗਾਰ ਕਿਹਾ ਜਾਂਦਾ ਸੀ। ਨੈਕਸਟ ਕੁਐਸਚਨ ਆਇਆ ਜੀ ਆਪਣੇ ਲਵੇ ਵਿਚ ਵਨ ਆਫ ਦਾ ਫੋਲੋਇੰਗ ਅਮੈਂਡਮੈਂਟ ਆਫ ਦਾ ਕਨਸਟੀਟਿਊਸ਼ਨ ਕਨਵਰਟਸ ਦਾ ਯੂਨੀਅਨ ਟੈਰੀਟਰੀ ਆਫ ਦਿੱਲੀ ਇਨਟੂ ਨੈਸ਼ਨਲ ਕੈਪੀਟਲ ਰੀਜਨ ਆਫ ਦਿੱਲੀ। ਇਹਦੇ ਵਿੱਚੋਂ ਕਿਹੜੀ ਸ਼ੋਧ ਜਿਹੜਾ ਹੈ ਆਪਣੇ ਯੂਨੀਅਨ ਟੈਰੀਟਰੀ ਆਫ ਦਿੱਲੀ ਨੂੰ ਨੈਸ਼ਨਲ ਕੈਪੀਟਲ ਟੈਰੀਟਰੀ ਬਣਾਇਆ ਜੀ। 69th ਅਮੈਂਡਮੈਂਟ, 70th ਅਮੈਂਡਮੈਂਟ, 73rd ਅਮੈਂਡਮੈਂਟ, 74th ਅਮੈਂਡਮੈਂਟ। ਇਸ ਦਾ ਸਹੀ ਆਂਸਰ ਹੋਏਗਾ ਜੀ 69th ਅਮੈਂਡਮੈਂਟ। ਇਸ ਦਾ ਸਾਲ ਹੈ ਜੀ 69th ਅਮੈਂਡਮੈਂਟ ਐਕਟ 1991। ਤੇ ਇਹਦੇ ਵਿੱਚ ਕੀ ਕਿਹਾ ਗਿਆ ਹੈਗਾ ਜਿਹੜੀ ਦਿੱਲੀ ਹੋਊਗੀ ਦਿੱਲੀ ਦੇ ਵਿੱਚ 70 ਜਾਣਿਆਂ ਦੀ ਜਿਹੜੀ ਹੈਗੀ ਹੈ ਸਟੇਟ ਲੈਜਿਸਲੇਟਿਵ ਅਸੈਂਬਲੀ ਹੋਊਗੀ ਤੇ ਇਹਦੇ ਜਿਹੜਾ ਹੈ 7 ਕਾਉਂਸਲ ਆਫ ਮਿਨਿਸਟਰ ਹੋ ਸਕਦੇ ਨੇਗੇ। ਠੀਕ ਹੈ ਜੀ, ਜਿਵੇਂ ਦਿੱਲੀ ਦੇ ਵਿੱਚ ਅਗਰ ਆਪਾਂ ਨੇ ਸਰਕਾਰ ਬਣਾਉਣੀ ਹੈਗੀ ਹੈ ਤਾਂ 70 ਬੰਦਿਆਂ ਦੀ 70 ਬੰਦੇ ਟੋਟਲ ਐਮਐਲਏ ਹੋ ਸਕਦੇ ਨੇ ਤੇ 7 ਉਹਨਾਂ ਦੇ ਵਿੱਚੋਂ ਕੀ ਨੇਗੇ ਆਪਣੇ ਮੰਤਰੀ ਹੋ ਸਕਦੇ ਨੇਗੇ। ਨੈਕਸਟ ਹੈ ਜੀ ਹੂ ਇਜ਼ ਦ ਵੈਸਟਡ ਵਿਦ ਦ ਰੈਸੀਡਿਊਰੀ ਪਾਵਰਸ ਇਨ ਦ ਕਨਸਟੀਟਿਊਸ਼ਨ। ਭਾਰਤ ਦੇ ਸੰਵਿਧਾਨ ਦੇ ਵਿੱਚ ਰੈਸੀਡਿਊਰੀ ਪਾਵਰਸ ਨੇ ਜਿਹੜੀਆਂ ਕਿਹਨੂੰ ਦਿੱਤੀਆਂ ਗਈਆਂ ਨੇ ਪ੍ਰੈਜ਼ੀਡੈਂਟ, ਸਟੇਟ, ਸੈਂਟਰਲ ਕੈਬਨਿਟ ਜਾਂ ਪਾਰਲੀਮੈਂਟ। ਇਸ ਦਾ ਸਹੀ ਆਂਸਰ ਹੋਏਗਾ ਜੀ ਪਾਰਲੀਮੈਂਟ। ਪਹਿਲਾਂ ਤਾਂ ਰੈਸੀਡਿਊਰੀ ਪਾਵਰਸ ਹੁੰਦੀਆਂ ਕਿਹੜੀਆਂ ਨੇ ਜੀ ਆਪਣੇ ਕਨਸਟੀਟਿਊਸ਼ਨ ਦੇ ਵਿੱਚ 3 ਲਿਸਟਾਂ ਦੇ ਬਾਰੇ ਗੱਲ ਕੀਤੀ ਗਈ ਹੈ ਜੀ ਯੂਨੀਅਨ ਲਿਸਟ, ਸਟੇਟ ਲਿਸਟ ਔਰ ਕਨਕਰੈਂਟ ਲਿਸਟ। ਯੂਨੀਅਨ ਲਿਸਟ ਦੇ ਵਿੱਚ ਅੱਜ ਦੀ ਡੇਟ 'ਚ 100 ਸਬਜੈਕਟ ਨੇ ਜੀ, ਇਹਦੇ ਵਿੱਚ 61 ਨੇ ਤੇ ਇਹਦੇ ਵਿੱਚ ਜਿਹੜਾ ਹੈ 47 ਸਬਜੈਕਟ ਨੇ। ਹੁਣ ਇਹਦੇ ਵਿੱਚ ਕੀ ਹੋਇਆ ਜੀ ਯੂਨੀਅਨ ਲਿਸਟ ਦੇ ਵਿੱਚ ਜਿਹੜੇ ਸਬਜੈਕਟ ਨੇ ਜਾਂ ਵਿਸ਼ੇ ਨੇਗੇ ਉਹਨਾਂ ਦੇ ਉੱਤੇ ਕੇਂਦਰ ਦੀ ਸਰਕਾਰ ਹੀ ਕਾਨੂੰਨ ਬਣਾ ਸਕਦੀ ਹੈ ਜਿਹਦੇ ਵਿੱਚ ਆਪਣੀ ਇੰਡੀਅਨ ਪੋਸਟ ਆ ਗਈ, ਆਰਮੀ ਆ ਗਈ, ਰੇਲਵੇ ਆ ਗਈ। ਠੀਕ ਹੈ ਜੀ, ਇਹ ਸਾਰੇ ਸਬਜੈਕਟ ਨੇ ਜਿਹੜੇ ਯੂਨੀਅਨ ਦੇ ਅੰਡਰ ਆ ਗਏ। ਸਟੇਟ ਦੇ ਅੰਦਰ ਆ ਗਈ ਜੀ ਪੁਲਿਸ ਆ ਗਈ, ਐਗਰੀਕਲਚਰ ਵਗੈਰਾ ਉਹ ਸਟੇਟ ਦੇ ਅੰਡਰ ਆ ਗਿਆ। ਕੌਨਕਰੈਂਟ ਦੇ ਵਿੱਚ ਆਇਆ ਜੀ ਆਪਣਾ ਐਜੂਕੇਸ਼ਨ ਆ ਗਿਆ, ਵਾਈਲਡ ਲਾਈਫ ਆ ਗਿਆ, ਇਹ ਸਾਰੇ ਆ ਗਏ ਕੌਨਕਰੈਂਟ ਲਿਸਟ ਦੇ ਵਿੱਚ। ਤੇ ਕੌਨਕਰੈਂਟ ਲਿਸਟ ਦੇ ਵਿੱਚ ਅੱਜ ਦੀ ਡੇਟ 'ਚ ਹੈਗੇ ਨੇ ਜੀ 52 ਸਬਜੈਕਟ। ਠੀਕ ਹੈ ਜੀ, ਤੇ ਹੁਣ ਜਿਹੜੇ ਵੀ ਸਬਜੈਕਟ ਪਹਿਲੀ ਗੱਲ ਹੁਣ ਜਦੋਂ ਆਪਣਾ ਸੰਵਿਧਾਨ ਲਿਖਿਆ ਗਿਆ ਜੀ ਜਿਹੜੀਆਂ ਚੀਜ਼ਾਂ ਉਸ ਟਾਈਮ ਤੇ ਐਗਜ਼ਿਸਟ ਕਰ ਰਹੀਆਂ ਸੀ ਉਹ ਆਪਾਂ ਨੇ ਇਹਨਾਂ ਦੇ ਵਿੱਚ ਲਿਖਤੀਆਂ। ਹੁਣ ਸਪੋਜ਼ ਕਰੋ ਜਿਹੜਾ ਅੱਜ ਦੀ ਡੇਟ 'ਚ ਜਿਵੇਂ ਇੰਟਰਨੈਟ ਆਫ ਥਿੰਗਸ ਹੋ ਗਿਆ, ਆਰਟੀਫਿਸ਼ੀਅਲ ਇੰਟੈਲੀਜੈਂਸ ਹੋ ਗਿਆ, ਕ੍ਰਿਪਟੋ ਕਰੰਸੀ ਹੋ ਗਈ, ਠੀਕ ਹੈ ਜੀ, ਬਲੋਕਚੇਨ ਟੈਕਨੋਲੋਜੀ ਹੋ ਗਈ, ਤਾਂ ਇਹ ਜਿਹੀਆਂ ਚੀਜ਼ਾਂ ਜਿਹੜੀਆਂ ਆਪਣੇ ਸੰਵਿਧਾਨ ਦੇ ਵਿੱਚ ਨਹੀਂ ਲਿਖੀਆਂ ਗਈਆਂ, ਜਿਹੜੀਆਂ ਚੀਜ਼ਾਂ
ਸੰਵਿਧਾਨ ਲਿਖਣ ਦੇ ਸਮੇਂ ਨਹੀਂ ਸੀ, ਉਦੋਂ ਨਹੀਂ ਸੀ, ਅੱਜ ਦੇ ਸਮੇਂ 'ਚ ਐਗਜ਼ਿਸਟ ਕਰ ਰਹੀਆਂ ਨੇ। ਜਿਵੇਂ ਇੰਟਰਨੈਟ ਉਦੋਂ ਹੈ ਨਹੀਂ ਸੀ, ਅੱਜ ਦੇ ਸਮੇਂ 'ਚ ਹੋ ਗਿਆ, ਤਾਂ ਇੰਟਰਨੈਟ ਦੇ ਉੱਤੇ ਜਿਹੜੇ ਆ ਫੇਸਬੁੱਕ, ਵਟਸਐਪ, ਟਵਿੱਟਰ ਵਗੈਰਾ ਸਾਰਾ ਕੁਝ ਆ ਗਿਆ, ਤਾਂ ਉਹ ਵੀ ਕਿਤੇ ਨਾ ਕਿਤੇ ਕਨਸਟੀਟਿਊਸ਼ਨ 'ਚ ਨਹੀਂ ਲਿਖਿਆ ਹੋਣਾ। ਤਾਂ ਇਹ ਸਾਰੀਆਂ ਚੀਜ਼ਾਂ ਕਿਹਦੇ 'ਚ ਆ ਗਈਆਂ ਜੀ? ਇਹ ਸਾਰੀਆਂ ਪਾਵਰਾਂ ਬਣੀਆਂ ਆਪਣੀਆਂ ਰੈਸੀਡਿਊਰੀ ਪਾਵਰਸ, ਠੀਕ ਹੈ ਜੀ, ਵੀ ਜਿਹੜੀਆਂ ਪਾਵਰਾਂ ਇਹਨਾਂ ਤਿੰਨਾਂ ਲਿਸਟਾਂ ਦੇ ਵਿੱਚ ਨਹੀਂ ਹੈਗੀਆਂ ਤੇ ਇਹਦੇ ਤੋਂ ਬਾਹਰ ਨੇ, ਉਹ ਹੋਣਗੀਆਂ ਰੈਸੀਡਿਊਰੀ ਪਾਵਰਸ। ਤੇ ਇਹਨਾਂ ਦੇ ਰਿਸਪੈਕਟ ਦੇ ਵਿੱਚ ਜਿਹੜੀ ਆਪਣੀ ਲਾਅ ਮੇਕਿੰਗ ਦੀ ਪਾਵਰ ਹੈਗੀ ਆ, ਉਹ ਕਿਹਦੇ ਕੋਲ ਹੈਗੀ ਆ? ਉਹ ਹੈਗੀ ਹੈ ਜੀ ਆਪਣੀ ਪਾਰਲੀਮੈਂਟ ਦੇ ਕੋਲੇ, ਠੀਕ ਹੈ ਜੀ। ਤਾਂ ਸੰਸਦ ਕੋਲੇ ਜਿਹੜੀ, ਜਿਵੇਂ ਸੁਣਿਆ ਹੋਊਗਾ ਤੁਸੀਂ, ਕੇਂਦਰ ਦੀ ਸਰਕਾਰ ਨੇ ਕਦੇ ਟਿਕਟੋਕ ਬੈਨ ਕਰਤਾ, ਪਬਜੀ ਬੈਨ ਕਰਤੀ, ਠੀਕ ਹੈ ਜੀ, ਕਿਸੇ ਦਾ YouTube ਚੈਨਲ ਬੈਨ ਕਰਤਾ, ਤਾਂ ਕਿਹੜੀ ਪਾਵਰਾਂ ਦੇ ਅੰਡਰ ਕਰਦੀ ਹੈ? ਉਹ ਕਰਦੀ ਹੈ ਜੀ ਰੈਸੀਡਿਊਰੀ ਪਾਵਰਸ ਦੇ ਅੰਡਰ। ਕਲੀਅਰ ਹੈ ਜੀ। ਨੈਕਸਟ ਹੈ ਜੀ, ਇਨ ਦ ਇਵੈਂਟ ਆਫ ਅਪਰ ਹਾਊਸ ਰਿਜੈਕਟਿੰਗ ਏ ਕਨਸਟੀਟਿਊਸ਼ਨ ਅਮੈਂਡਮੈਂਟ ਬਿੱਲ ਪਾਸਡ ਬਾय ਦ ਲੋਅਰ ਹਾਊਸ, the bill have to be dropped joint sitting of two houses of parliament. The bill shall be deemed to have passed by both the houses of parliament if Lok Sabha again passed by 2/3 majority. D option है जी, the bill shall be deemed to have been passed by both the houses of parliament despite the disapproval of the bill of the upper house. ਤਾਂ ਇਸ ਦਾ ਸਹੀ ਆਨਸਰ ਕੀ ਹੋਏਗਾ ਜੀ? the bill have to be dropped। ਇਹਦਾ ਕੀ ਮਤਲਬ ਹੋਇਆ? ਜੇ ਆਪਾਂ ਨੇ ਸੰਵਿਧਾਨ ਸ਼ੋਧ ਬਿੱਲ ਲੈ ਕੇ ਆਣਾ ਹੋਵੇ ਜੀ, ਆਰਟੀਕਲ 368 ਜਿਹੜਾ ਹੈਗਾ ਪਾਰਟ ਬੀ ਆਫ ਦਾ ਕਨਸਟੀਟਿਊਸ਼ਨ ਦੇ ਅੰਡਰ, ਇਹਦੇ ਵਿੱਚ ਆਪਾਂ ਕੀ ਆ, ਆਪਣੇ ਸੰਵਿਧਾਨ ਦੇ ਵਿੱਚ, ਕਨਸਟੀਟਿਊਸ਼ਨ ਦੇ ਵਿੱਚ ਅਮੈਂਡਮੈਂਟ ਕਰ ਸਕਦੇ ਹੈਗੇ ਆ। ਤੇ ਪਹਿਲੀ ਗੱਲ ਕੀ ਹੈ, ਜੇ ਆਪਾਂ ਨੇ ਕਨਸਟੀਟਿਊਸ਼ਨ ਅਮੈਂਡਮੈਂਟ ਬਿੱਲ ਨੂੰ ਪਾਸ ਕਰਨਾ ਹੋਵੇ ਤਾਂ ਇਹਨੂੰ ਜਿਹੜਾ ਹੈ ਲੋਕ ਸਭਾ ਅਤੇ ਰਾਜ ਸਭਾ ਦੋਨੋਂ ਹਾਊਸਿਸ ਦੇ ਵਿੱਚੋਂ ਸ਼ੁਰੂ ਵੀ ਕੀਤਾ ਜਾ ਸਕਦਾ ਹੈ, ਕਿਸੇ ਵੀ ਹਾਊਸ 'ਚ ਸ਼ੁਰੂ ਕੀਤਾ ਜਾ ਸਕਦਾ ਹੈ, ਤੇ ਇਹਨਾਂ ਦੋਨਾਂ ਹਾਊਸਿਸ ਦੇ ਵਿੱਚੋਂ ਹੀ ਇਹਨੂੰ ਪਾਸ ਹੋਣਾ ਜ਼ਰੂਰੀ ਹੈਗਾ। ਜੇ ਰਾਜ ਸਭਾ ਨੇ ਇਹਨੂੰ ਸ਼ੁਰੂ ਕੀਤਾ ਹੈਗਾ ਤਾਂ ਰਾਜ ਸਭਾ ਤੋਂ ਪਾਸ ਹੋ ਕੇ ਲੋਕ ਸਭਾ 'ਚ ਜਾਏਗਾ, ਜੇ ਲੋਕ ਸਭਾ ਨੇ ਸ਼ੁਰੂ ਕੀਤਾ ਹੋਊਗਾ ਤਾਂ ਰਾਜ ਸਭਾ ਕੋਲੇ ਜਾਏਗਾ। ਦੋਨਾਂ ਦੇ ਵਿੱਚੋਂ ਪਾਸ ਹੋਣ ਤੋਂ ਬਾਅਦ ਕਿਹਦੇ ਕੋਲੇ ਜਾਏਗਾ ਜੀ? ਇਹ ਪ੍ਰੈਜ਼ੀਡੈਂਟ ਕੋਲੇ ਜਾਏਗਾ। ਤੇ ਦੋਨੋਂ ਹਾਊਸਿਸ ਨੂੰ ਡਿਪੈਂਡ ਕਰੇਗਾ ਜੀ ਕਿਸ ਤਰ੍ਹਾਂ ਦਾ ਬਿੱਲ ਹੈ। ਅਗਰ ਤਾਂ ਕੋਈ ਚੀਜ਼ ਆਪਾਂ ਆਸਾਨੀ ਨਾਲ ਚੇਂਜ ਕਰਨੀ ਹੋਵੇ ਤਾਂ ਸਿੰਪਲ ਮੈਜੋਰਿਟੀ ਨਾਲ ਕਰ ਸਕਦੇ ਹਾਂ, ਅਗਰ ਉਹੀ ਚੀਜ਼ ਥੋੜੀ ਡਿਫਿਕਲਟ ਹੋਵੇ ਤਾਂ ਉਹਨੂੰ ਆਪਾਂ ਜਿਹੜਾ ਹੈ ਸਪੈਸ਼ਲ ਮੈਜੋਰਿਟੀ ਨਾਲ ਕਰ ਸਕਦੇ ਹਾਂ। ਥਰਡ ਕਾਈਂਡ ਆਫ ਮੈਜੋਰਿਟੀ ਹੈ ਜੀ, ਜਿਹਦੇ ਵਿੱਚ ਸਪੈਸ਼ਲ ਮੈਜੋਰਿਟੀ ਐਂਡ ਕੰਸੈਂਟ ਆਫ ਹਾਫ ਆਫ ਦ ਸਟੇਟ ਚਾਹੀਦੀ ਹੈ। ਤਾਂ ਡਿਪੈਂਡ ਕਰੇਗਾ ਕਿਸ ਸਿਚੁਏਸ਼ਨ ਦਾ ਜਾਂ ਕਿਸ ਕਾਈਂਡ ਆਫ ਬਿੱਲ ਹੈਗਾ, ਤਾਂ ਉਸ ਹਿਸਾਬ ਦੇ ਨਾਲ ਜਿਹੜਾ ਹੈ ਬਿੱਲ ਨੂੰ ਪਾਸ ਕੀਤਾ ਜਾਏਗਾ। ਬਟ ਜੁਆਇੰਟ ਸੀਟਿੰਗ ਜਿਹੜਾ ਹੈ ਕਨਸਟੀਟਿਊਸ਼ਨ ਅਮੈਂਡਮੈਂਟ ਬਿੱਲ ਦੇ ਕੇਸ 'ਚ ਨਹੀਂ ਬੁਲਾਈ ਜਾ ਸਕਦੀ, ਠੀਕ ਹੈ ਜੀ। ਤੇ ਲੋਕ ਸਭਾ ਦੇ ਇਕੱਲੇ ਦੇ ਪਾਸ ਕਰਨ ਤੇ ਕੋਈ ਬਿੱਲ ਪਾਸ ਨਹੀਂ ਹੋਏਗਾ, ਦੋਨੋਂ ਹਾਊਸਿਸ 'ਚੋਂ ਪਾਸ ਹੋਣਾ ਜ਼ਰੂਰੀ ਹੈਗਾ। ਤੇ ਡਿਸਅਪਰੂਵਲ ਜੇ ਕਿਸੇ ਹਾਊਸ ਨੇ ਦੇਤਾ ਤਾਂ ਉਹ ਬਿੱਲ ਉੱਥੇ ਹੀ ਲੈਪਸ ਕਰ ਜਾਏਗਾ, ਠੀਕ ਹੈ ਜੀ। ਤਾਂ ਇਹਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਏ। ਨੈਕਸਟ ਹੈ ਜੀ, ਵਿਚ ਆਫ ਦਾ ਫੋਲੋਇੰਗ ਆਰਟੀਕਲਸ, ਵਿਚ ਆਰਟੀਕਲ ਅੰਡਰ ਦਾ ਫੰਡਾਮੈਂਟਲ ਰਾਈਟ ਇਜ਼ ਡਾਇਰੈਕਟਲੀ ਰਿਲੇਟਡ ਟੂ ਐਕਸਪਲੋਇਟੇਸ਼ਨ ਆਫ ਚਿਲਡਰਨ। ਬੱਚਿਆਂ ਦੇ ਉਤਪੀੜਨ ਬਾਰੇ ਜਿਹੜਾ ਹੈ ਜੀ, ਕਿਹੜਾ ਆਰਟੀਕਲ ਹੈ ਜਿਹੜਾ ਸੰਵਿਧਾਨ ਦਾ ਡੀਲ ਕਰਦਾ ਹੈ? ਆਰਟੀਕਲ 19, 17, 23 ਜਾਂ 24? ਇਸ ਦਾ ਸਹੀ ਆਨਸਰ ਹੋਇਆ ਜੀ ਆਰਟੀਕਲ ਨੰਬਰ 24। ਆਰਟੀਕਲ 19 ਦੇ ਵਿੱਚ ਆਪਣਾ ਫਰੀडम ਆਫ, ਆਰਟੀਕਲ 19 ਦੇ ਵਿੱਚ ਫਰੀडम ਦੀ ਗੱਲ ਕੀਤੀ ਗਈ ਹੈ, ਫਰੀडम ਆਫ ਸਪੀਚ, ਐਕਸਪ੍ਰੈਸ਼ਨ, ਅਸੈਂਬਲੀ, ਐਸੋਸੀਏਸ਼ਨ ਔਰ मूवमेंट हो गया, ऑक्यूपेशन हो गया जी। आर्टिकल 17 ਦੇ ਵਿੱਚ ਆ ਗਿਆ ਆਪਣਾ ਜੀ ਐਬੋਲੀਸ਼ਨ ਆਫ ਅਨਟਚੇਬਿਲਿਟੀ। ਆਰਟੀਕਲ 23 ਦੇ ਵਿੱਚ ਆ ਗਿਆ, ਜਿਹਦੇ ਵਿੱਚ ਕੀ ਹੈਗਾ, ਆਪਾਂ ਨੇ ਜਿਹੜੀ ਫੋਰਸ ਲੇਬਰ ਵਗੈਰਾ ਹੈਗੀ ਹੈ ਉਹ ਨਹੀਂ ਕਰਨੀ ਹੈਗੀ। ਤੇ ਆਰਟੀਕਲ 24 ਚ ਆ ਗਿਆ ਜੀ, ਜਿਹੜਾ ਹੈ ਆਪਣਾ ਐਕਸਪਲੋਇਟੇਸ਼ਨ ਆਫ ਚਿਲਡਰਨਸ ਦੇ ਰੋਕਣ ਦੀ ਗੱਲ ਕੀਤੀ ਗਈ ਹੈਗੀ ਹੈ। ਤੇ ਇਹ ਚੀਜ਼ ਯਾਦ ਰੱਖਿਓ ਜੀ, ਇਹ ਬਣਦੇ ਨੇਗੇ, ਇਹ ਤਾਂ ਰਾਈਟ ਟੂ ਇਕੁਐਲਿਟੀ ਦੇ ਅੰਡਰ ਆਉਂਦਾ ਹੈਗਾ। ਰਾਈਟ ਟੂ ਇਕੁਐਲਿਟੀ ਹੋ ਗਿਆ ਜਿਹੜੇ 14 ਤੋਂ 18 ਤੱਕ ਚੱਲਦੇ ਨੇਗੇ। ਇਹ ਵਾਲੇ ਹੋ ਗਏ ਰਾਈਟ ਟੂ ਫਰੀडम ਵਾਲਿਆਂ ਦੇ ਵਿੱਚ ਆ ਗਏ। ਫਰੀडम ਵਾਲੇ ਜਿਹੜੇ ਚੱਲਦੇ ਨੇਗੇ ਇਹ ਚੱਲਦੇ ਨੇ 19 ਤੋਂ 22 ਤੱਕ। ਤੇ ਆਰਟੀਕਲ 23 ਤੇ 24 ਚੱਲਦੇ ਨੇ ਰਾਈਟ ਅਗੇਂਸਟ ਐਕਸਪਲੋਇਟੇਸ਼ਨ ਵਾਲੇ, ਠੀਕ ਹੈ ਜੀ, ਪੀੜਨ ਦੇ ਖਿਲਾਫ ਅਧਿਕਾਰ। ਨੈਕਸਟ ਹੈ ਜੀ, ਤਾਂ ਪ੍ਰੈਜ਼ੀਡੈਂਟ ਕੈਨ ਡਿਕਲੇਅਰ ਨੈਸ਼ਨਲ ਐਮਰਜੈਂਸੀ ਔਨ ਦਾ ਬੇਸਿਸ ਆਫ ਆਰਮਡ ਰੈਬੇਲੀਅਨ, ਐਕਸਟਰਨਲ ਐਗਰੈਸ਼ਨ, ਵਾਰ, ਆਲ ਆਫ ਦੀ ਅਬਵ ਰੀਜ਼ਨਸ। ਤਾਂ ਇਸ ਦਾ ਸਹੀ ਆਨਸਰ ਹੋਏਗਾ ਜੀ ਆਲ ਆਫ ਦੀ ਅਬਵ ਰੀਜ਼ਨਸ। ਪਹਿਲੀ ਗੱਲ ਤਾਂ ਜੀ ਨੈਸ਼ਨਲ ਐਮਰਜੈਂਸੀ ਜਿਹੜੀ ਹੈ ਆਰਟੀਕਲ 352 ਦੇ ਵਿੱਚ ਦਿੱਤੀ ਗਈ ਹੈਗੀ ਹੈ। ਤੇ ਆਪਣੇ ਦੇਸ਼ ਦੇ ਵਿੱਚ ਨੈਸ਼ਨਲ ਐਮਰਜੈਂਸੀ ਜਿਹੜੀ ਹੈ ਜੀ ਹਲੇ ਤੱਕ 3 ਵਾਰ ਹੀ ਲੱਗੀ ਹੈ। 62 ਦੇ ਵਿੱਚ ਲੱਗੀ ਹੈ, 71 ਦੇ ਵਿੱਚ ਲੱਗੀ ਹੈ ਔਰ 75 ਦੇ ਵਿੱਚ ਲੱਗੀ ਹੈ, ਠੀਕ ਹੈ ਜੀ। 1962, 1971 ਤੇ 1975। ਤੇ ਜੇ ਆਪਣੀ ਨੈਸ਼ਨਲ ਐਮਰਜੈਂਸੀ ਜਿਹੜੀ ਹੈ ਜੀ ਇਹਨਾਂ ਦੋ ਕਾਰਨਾਂ ਕਰਕੇ ਲੱਗਦੀ ਹੈ, ਐਕਸਟਰਨਲ ਐਗਰੈਸ਼ਨ ਐਂਡ ਵਾਰ ਕਰਕੇ, ਤਾਂ ਆਰਟੀਕਲ 20 ਤੇ 21 ਨੂੰ ਛੱਡ ਕੇ ਬਾਕੀ ਸਾਰੇ ਫੰਡਾਮੈਂਟਲ ਰਾਈਟ ਸਸਪੈਂਡ ਹੋ ਜਾਣਗੇ। ਜੇ ਆਰਮਡ ਰੈਬੇਲੀਅਨ ਦੇ ਕਰਕੇ ਲੱਗਦੀ ਹੈ ਤਾਂ ਆਰਟੀਕਲ 19, 20 ਤੇ 21 ਆਰਟੀਕਲ ਨੂੰ ਛੱਡ ਕੇ ਬਾਕੀ ਸਾਰੇ ਫੰਡਾਮੈਂਟਲ ਰਾਈਟ ਕਿੰਨੇ ਆਪਣੇ ਸਸਪੈਂਡ ਹੋ ਜਾਣਗੇ। ਤੇ ਇਹ ਵੀ ਵਰਡ ਹੈ ਜਿਹੜਾ ਆਪਣੇ ਓਰੀਜਨਲ ਕਨਸਟੀਟਿਊਸ਼ਨ ਦੇ ਵਿੱਚ ਪ੍ਰੈਜ਼ੈਂਟ ਨਹੀਂ ਸੀ ਜੀ। ਇਹਦੀ ਥਾਂ ਤੇ ਜਿਹੜਾ ਵਰਡ ਸੀਗਾ ਉਹਦਾ ਨਾਮ ਸੀ ਇੰਟਰਨਲ ਡਿਸਟਰਬੈਂਸ। ਤੁਸੀਂ ਕਮੈਂਟ ਕਰਕੇ ਦੱਸਣਾ ਜੀ ਆਪਾਂ ਨੇ ਜਿਹੜਾ ਹੈ ਇੰਟਰਨਲ ਡਿਸਟਰਬੈਂਸ ਦੀ ਜਗ੍ਹਾ ਤੇ ਆਰਮਡ ਰੈਬੇਲੀਅਨ ਹੈ ਜਿਹੜਾ ਇਹ ਕਿਹੜੀ ਅਮੈਂਡਮੈਂਟ ਦੇ ਨਾਲ ਕੀਤਾ ਹੈ। ਅਗਲੇ ਕੁਐਸਚਨ ਵੱਲ ਚੱਲਦੇ ਹਾਂ ਜੀ। ਇਨ ਵਿਚ ਪਾਰਟ ਆਫ ਦਾ ਕਨਸਟੀਟਿਊਸ਼ਨ ਆਫ ਇੰਡੀਆ ਵੀ ਫਾਈਂਡ ਦਾ ਪ੍ਰੋਵੀਜ਼ਨਸ ਰਿਲੇਟਿੰਗ ਟੂ ਸਿਟੀਜ਼ਨਸ਼ਿਪ। ਆਪਣੇ ਕਨਸਟੀਟਿਊਸ਼ਨ ਦੇ ਕਿਹੜੇ ਪਾਰਟ ਦੇ ਵਿੱਚ ਜਿਹੜਾ ਹੈ ਜੀ ਆਪਾਂ ਨੇ ਇਹਦੇ ਬਾਰੇ ਪ੍ਰੋਵੀਜ਼ਨਸ ਰੱਖੇ ਹੋਏ ਨੇ ਸਿਟੀਜ਼ਨਸ਼ਿਪ ਬਾਰੇ। ਪਾਰਟ 1 ਹੋ ਗਿਆ, ਪਾਰਟ 2 ਹੋ ਗਿਆ ਜੀ, ਪਾਰਟ 7 ਹੋ ਗਿਆ ਔਰ ਪਾਰਟ 9 ਹੋ ਗਿਆ ਜੀ।
ਤਾਂ ਇਸ ਦਾ ਸਹੀ ਆਨਸਰ ਹੋਏਗਾ ਜੀ ਆਪਸ਼ਨ ਨੰਬਰ ਬੀ ਪਾਰਟ 2। ਪਾਰਟ 2 ਜਿਹੜਾ ਹੈਗਾ ਜੀ ਆਰਟੀਕਲ 5 ਤੋਂ 11 ਤੱਕ ਚੱਲਦਾ ਹੈਗਾ ਤੇ ਇਹਦੇ ਵਿੱਚ ਜਿਹੜਾ ਹੈ ਆਪਣੇ ਫੰਡਾਮੈਂਟਲ ਸਿਟੀਜ਼ਨਸ਼ਿਪ ਦੇ ਬਾਰੇ ਗੱਲ ਕੀਤੀ ਹੋਈ ਹੈਗੀ ਹੈ। ਨੈਕਸਟ ਹੈ ਜੀ which institution released the world economic situation and prospectus report। ਇਹਨਾਂ ਦੇ ਵਿੱਚੋਂ ਕਿਹੜੀ ਆਰਗੇਨਾਈਜੇਸ਼ਨ ਨੇ ਜਿਹੜਾ ਹੈ ਇਹ ਰਿਪੋਰਟ ਨੂੰ ਜਾਰੀ ਕੀਤਾ ਹੈ? ਯੂਨਾਈਟਿਡ ਨੇਸ਼ਨ, ਵਰਲਡ ਇਕਨੋਮਿਕ ਫੋਰਮ, ਇੰਟਰਨੈਸ਼ਨਲ ਮੋਨੇਟਰੀ ਫੰਡ ਜਾਂ ਵਰਲਡ ਬੈਂਕ? ਇਸ ਦਾ ਸਹੀ ਆਨਸਰ ਹੋਇਆ ਜੀ ਯੂਨਾਈਟਿਡ ਨੇਸ਼ਨ। ਨੈਕਸਟ ਕੁਐਸਚਨ ਆਇਆ ਜੀ which state hosted the joint flood relief exercise ਜਲ ਰਾਹਤ ਐਕਸਰਸਾਈਜ਼ ਕਿਹੜੀ ਸਟੇਟ ਨੇ ਕੰਡਕਟ ਕੀਤੀ ਹੈ? ਇਹਦਾ ਆਨਸਰ ਆਇਆ ਜੀ ਅਸਾਮ। ਨੈਕਸਟ ਕੁਐਸਚਨ ਜੀ Kapileshwar temple, which is said to be included in the Archaeological Survey of India protected monument is located in which state? Uttarakhand, Odisha, Andhra Pradesh and Kerala। ਤਾਂ ਇਸ ਦਾ ਸਹੀ ਆਨਸਰ ਹੋਏਗਾ ਜੀ ਆਪਸ਼ਨ ਨੰਬਰ ਬੀ ਓਡੀਸ਼ਾ ਦੇ ਵਿੱਚ। ਨੈਕਸਟ ਹੈ ਜੀ which institution released the turning of the tap how the world can end plastic pollution and create a circular economy? ਤੇ ਆਪਸ਼ਨ ਨੇ ਜੀ ਯੂਨੀਸੈਫ, ਯੂਨਾਈਟਿਡ ਨੇਸ਼ਨ ਇਨਵਾਇਰਨਮੈਂਟ ਪ੍ਰੋਗਰਾਮ, ਯੂਨਾਈਟਿਡ ਨੇਸ਼ਨ ਫੋਰਮ ਫॉर combat climate change, United Nation Development Program। ਤਾਂ ਇਸ ਦਾ ਸਹੀ ਆਨਸਰ ਹੋਇਆ ਜੀ United Nation Environment Program। Which city is the host of Logism 23 the National Logistics Management Seminar? ਇਹਨਾਂ ਦੇ ਵਿੱਚੋਂ ਕਿਹੜੀ ਸਿਟੀ ਦੇ ਵਿੱਚ ਇਹ ਪ੍ਰੋਗਰਾਮ ਨੂੰ ਆਰਗੇਨਾਈਜ਼ ਕੀਤਾ ਗਿਆ ਜੀ? ਨਿਊ ਦਿੱਲੀ, ਮੁੰਬਈ, ਪੰਜਿਮ, ਗੁਹਾਟੀ? ਤਾਂ ਇਸ ਦਾ ਆਨਸਰ ਹੋਇਆ ਜੀ ਨਿਊ ਦਿੱਲੀ। Among north eastern states dash top the index of foundational literacy and numeracy। ਤਾਂ ਇਹਨਾਂ ਦੇ ਵਿੱਚੋਂ ਕਿਹੜੀ ਨਾਰਥ ਈਸਟ ਦੀ ਸਟੇਟ ਹੈ ਜਿਹਨੇ ਕਿ ਇਹ ਇੰਡੈਕਸ ਦੇ ਵਿੱਚ ਟੌਪ ਤੇ ਹਿੱਸਾ ਲਿੱਤਾ, ਟੌਪ ਤੇ ਰੈਂਕ ਲਿਆ ਹੈਗਾ? ਮੇਘਾਲਿਆ, ਮਿਜ਼ੋਰਮ, ਤ੍ਰਿਪੁਰਾ, ਮਣੀਪੁਰ? ਇਸ ਦਾ ਸਹੀ ਆਨਸਰ ਹੋਇਆ ਜੀ ਮਿਜ਼ੋਰਮ। ਇੰਡੀਆਜ਼ ਫਰਸਟ ਇੰਟਰਨੈਸ਼ਨਲ ਆਰਬਿਟ੍ਰੇਸ਼ਨ ਐਂਡ ਮੈਡੀਏਸ਼ਨ ਸੈਂਟਰ ਵਾਜ਼ ਇਨੈਗੋਰੇਟਿਡ ਔਨ ਦਸੰਬਰ 18 ਇਨ ਵਿਚ ਸਿਟੀ? ਤਾਂ ਇਸ ਦਾ ਸਹੀ ਆਨਸਰ ਹੋਇਆ ਜੀ ਹੈਦਰਾਬਾਦ। ਵਿਚ ਇੰਸਟੀਟਿਊਸ਼ਨ ਰਿਲੀਜ਼ ਦਾ ਵਰਲਡ ਇਕਨੋਮਿਕ ਪ੍ਰੋਸਪੈਕਟਸ ਰਿਪੋਰਟ? ਇਹ ਜੀ retrofitment which was seen in use in association with which field? Culture, electric mobility, finance and sports? ਇਸ ਦਾ ਸਹੀ ਆਨਸਰ ਹੋਏਗਾ ਜੀ electric mobility। Which institution launched the 100 days 100 pays campaign? RBI, National Payment Council of India, SEBI ਜਾਂ SBI? ਤਾਂ ਇਹਦਾ ਆਨਸਰ ਹੋਇਆ ਜੀ RBI। Where who is the great grandfather tree located? India, China, Greece ਜਾਂ Chile? ਤੇ ਇਸ ਦਾ ਆਨਸਰ ਹੋਏਗਾ ਜੀ ਚਿਲੀ। ਠੀਕ ਹੈ ਜੀ। ਵਿਚ ਸਿਟੀ ਇਜ਼ ਦਾ ਹੋਸਟ ਆਫ ਦਾ 5th ਐਡੀਸ਼ਨ ਆਫ ਗਲੋਬਲ ਆਯੁਰਵੇਦਾ ਫੈਸਟੀਵਲ? ਚੇਨਈ, ਤਿਰੂਵਨੰਤਪੁਰਮ, ਪੁਣੇ, ਮੈਸੂਰੂ? ਤਾਂ ਇਸ ਦਾ ਆਨਸਰ ਹੋਇਆ ਜੀ ਤਿਰੂਵਨੰਤਪੁਰਮ। ਸੋ ਅੱਜ ਦੇ ਟੈਸਟ ਦੇ ਵਿੱਚ ਗਾਈਜ਼ ਇੰਨਾ ਹੀ। ਮਿਲਦੇ ਹਾਂ ਜੀ ਨੈਕਸਟ ਸੈਸ਼ਨ ਦੇ ਵਿੱਚ, ਤਦ ਤੱਕ ਲਈ ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਗਿਆਨਮ ਦੇ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ ਜੀ। ਅੱਜ ਆਪਾਂ ਪੰਜਾਬ ਜੀਕੇ ਦਾ 78ਵਾਂ ਮੌਕ ਸੋਲਵ ਕਰਨ ਲੱਗੇ ਹਾਂ ਜੀ। ਚਲੋ ਸ਼ੁਰੂ ਕਰਦੇ ਹਾਂ ਜੀ। ਨੇਮ ਦਾ ਪੀਅਰਸ ਹੂ escorted ਗੁਰੂ ਗੋਬਿੰਦ ਸਿੰਘ ਜੀ ਫਰੋਮ ਮਾਛੀਵਾੜਾ ਐਜ਼ ਉੱਚੇ ਪੀਰ? ਪਹਿਲਾ ਆਪਸ਼ਨ ਹੈ ਜੀ ਨਬੀ ਖਾਨ ਐਂਡ ਗਨੀ ਖਾਨ, ਪੀਰ ਬੁੱਧੂ ਸ਼ਾਹ ਐਂਡ ਰਾਏ ਕਾਲਾ, ਪਾਇੰਦੇ ਖਾਨ ਐਂਡ ਗਨੀ ਖਾਨ ਔਰ ਨਨ ਆਫ ਦੀ ਅਬਵ? ਤਾਂ ਇਸ ਦਾ ਸਹੀ ਆਨਸਰ ਹੋਏਗਾ ਜੀ ਆਪਸ਼ਨ ਨੰਬਰ ਏ ਨਬੀ ਖਾਨ ਐਂਡ ਗਨੀ ਖਾਨ। ਜਦੋਂ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਦੀ ਸੈਕਿੰਡ ਲੜਾਈ ਦੇ ਮਤਲਬ ਸੈਕਿੰਡ ਵਾਰ ਦੇ ਵਿੱਚੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ ਜਾ ਰਹੇ ਸੀ ਤਾਂ ਪਿੱਛੋਂ ਦੀ ਜਿਹੜਾ ਹੈ ਪਹਾੜੀ ਰਾਜਿਆਂ ਤੇ ਮੁਗਲ ਫੋਰਸਿਸ ਦੇ ਨਾਲ ਇਹਨਾਂ ਦੀ ਬੈਟਲ ਹੋਈ ਜੀ। ਤੇ ਇਹਨਾਂ ਦੀ ਬੈਟਲ ਹੋਈ ਹੈ ਚਮਕੌਰ ਦੀ ਗੜੀ ਦੇ ਵਿੱਚ। ਠੀਕ ਹੈ ਜੀ। ਤੇ ਚਮਕੌਰ ਦੀ ਗੜੀ ਦੇ ਵਿੱਚ ਜਦੋਂ ਗੁਰੂ ਜੀ ਨਿਕਲ ਕੇ ਜਾਂਦੇ ਨੇ ਜੀ, ਇਹ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਜਾਂਦੇ ਨੇ ਤੇ ਉੱਥੋਂ ਦੀ ਜਿਹੜਾ ਹੈ ਗੁਰੂ ਜੀ ਜਾਂਦੇ ਨੇ ਜੀ ਦਮਦਮਾ ਸਾਹਿਬ, ਜਿੱਥੇ ਆਪਣਾ ਇੱਕ ਤਖਤ ਬਣਿਆ ਹੋਇਆ ਹੈਗਾ ਤਖਤ ਸ਼੍ਰੀ ਦਮਦਮਾ ਸਾਹਿਬ। ਤੇ ਉਹਨਾਂ ਨੂੰ ਜਿਹੜਾ ਹੈ ਐਸਕੋਰਟ ਕਰਨ ਦੇ ਵਿੱਚ ਹੀ ਗੁਰੂ ਜੀ ਦੀ ਹੈਲਪ ਕੀਤੀ ਸੀ ਜੀ ਨਬੀ ਖਾਨ ਐਂਡ ਗਨੀ ਖਾਨ ਨੇ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ। ਤਹਿਸੀਲ ਬਟਾਲਾ ਫਾਲਸ ਇਨ ਵਿਚ ਆਫ ਦਾ ਫੋਲੋਇੰਗ ਡਿਸਟ੍ਰਿਕਟਸ ਆਫ ਪੰਜਾਬ? ਬਟਾਲਾ ਤਹਿਸੀਲ ਇਹਨਾਂ ਦੇ ਵਿੱਚੋਂ ਕਿਹੜੇ ਜ਼ਿਲ੍ਹੇ ਦੇ ਵਿੱਚ ਹੈਗੀ ਹੈ ਜੀ? ਪਠਾਨਕੋਟ, ਗੁਰਦਾਸਪੁਰ, ਕਪੂਰਥਲਾ, ਫਾਜ਼ਿਲਕਾ? ਤਾਂ ਇਸ ਦਾ ਸਹੀ ਆਨਸਰ ਹੋਇਆ ਜੀ ਆਪਸ਼ਨ ਨੰਬਰ ਬੀ ਗੁਰਦਾਸਪੁਰ। ਡੈਸ਼ ਅਸਿਸਟਡ ਮਿਸਟਰ ਮੈਕਸ ਆਰਥਰ ਮੈਕਯੂਲਿਫ in research and publication of 6 volume entitled The Sikh Religion? ਇਸ ਦਾ ਆਪਸ਼ਨ ਨੇ ਜੀ ਭਾਈ ਵੀਰ ਸਿੰਘ, ਭਾਈ ਕਾਨ ਸਿੰਘ ਨਾਭਾ, ਸੰਤ ਸਿੰਘ ਸੇਖੋਂ ਜਾਂ ਕਿਰਪਾ ਸਾਗਰ? ਤਾਂ ਇਸ ਦਾ ਸਹੀ ਆਨਸਰ ਹੋਇਆ ਜੀ ਭਾਈ ਕਾਨ ਸਿੰਘ ਨਾਭਾ। ਭਾਈ ਕਾਨ ਸਿੰਘ ਨਾਭਾ ਨੇ ਹੀ ਜਿਹੜਾ ਹੈ ਜੀ ਇਹਨਾਂ ਦੇ ਨਾਮ ਤੇ ਹੀ ਭਾਈ ਕਾਨ ਸਿੰਘ ਨਾਭਾ ਜੀ ਜਿਹੜੇ ਨੇ ਜੀ ਇਹਨਾਂ ਦੇ ਮਤਲਬ ਸਿੱਖ ਇਤਿਹਾਸ ਬਾਰੇ ਕਾਫੀ ਲਿਖਿਆ ਹੈਗਾ। ਇਹਨਾਂ ਦੀ ਜਿਹੜੀ ਮੇਜਰ ਰਚਨਾ ਆ ਜਾਂਦੀ ਹੈਗੀ ਹੈ ਉਹ ਹੈਗੀ ਹੈ ਜੀ ਆਪਣੀ ਦਾ ਸਿੱਖ ਇਨਸਾਈਕਲੋਪੀਡੀਆ ਵੀ ਕਹਿ ਦਿੰਦੇ ਇਹਨੂੰ, ਮਹਾਨ ਕੋਸ਼। ਠੀਕ ਹੈ ਜੀ। ਮਤਲਬ ਇਹਨਾਂ ਦੇ ਦੁਆਰਾ ਜਿਹੜਾ ਹੈ ਇਹ ਮੈਕਸ ਆਰਥਰ ਦੀ ਹੈਲਪ ਕੀਤੀ ਗਈ ਸੀ ਸਿੱਖ ਇਤਿਹਾਸ ਦੀ ਰਚਨਾ ਕਰਨ ਦੇ ਵਿੱਚ। ਠੀਕ ਹੈ ਜੀ।
नेक्स्ट पर्सन जी, लॉर्ड वेलेस्ली सेट एन एमिसरी इन द कोर्ट ऑफ रणजीत सिंह इन द ईयर डैश, हिज नेम वाज। क्वेश्चन अगर लॉर्ड ਵਲੈਸਲੀ ਦਾ ਵੀ ਅਗਰ ਤੁਹਾਨੂੰ ਥੋੜਾ ਬਹੁਤਾ ਟਾਈਮ ਪੀਰੀਅਡ ਯਾਦ ਹੋਏ ਜੀ, ਲॉर्ड ਵਲੈਸਲੀ ਜਦੋਂ ਹੈਗਾ ਇਹ ਆਪਣੇ 18th ਸੈਂਚੁਰੀ ਮਤਲਬ 1800 ਦੇ ਟਾਈਮ ਦੇ ਕਰੀਬ ਕਰੀਬ ਹੀ ਇਹ ਬੰਦਾ ਜਿਹੜਾ ਹੈ ਆਪਣੇ ਇੰਡੀਆ ਦੇ ਵਿੱਚ ਵਾਈਸਰੋਏ ਦੀ ਗਵਰਨਰ ਜਨਰਲ ਦੀ ਪੋਜੀਸ਼ਨ ਤੇ ਰਹਿੰਦਾ ਹੈਗਾ ਤੇ 1800 ਦੇ ਈਸਵੀ ਦੇ ਵਿੱਚ ਜਿਹੜਾ ਹੈ ਜੀ ਇਹਨੇ ਯੂਸਫ ਅਲੀ ਨੂੰ ਹੀ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਭੇਜਿਆ ਸੀਗਾ। नेक्स्ट पर्सन जी, सॉरी नेक्स्ट क्वेश्चन, द नंबर ऑफ रामसर साइट्स इन पंजाब इज डैश एंड डैश रिवर इज आल्सो इंक्लूडेड एज वन ऑफ द रामसर साइट। ਪੰਜਾਬ ਦੇ ਵਿੱਚ ਕਿੰਨੀਆਂ ਰਾਮਸਰ ਸਾਈਟਸ ਨੇ ਜੀ ਤੇ ਇਹਨਾਂ ਦੇ ਵਿੱਚੋਂ ਕਿਹੜੀ ਨਦੀ ਰਿਵਰ ਹੈਗੀ ਹੈ ਜਿਹਨੂੰ ਆਪਾਂ ਨੇ ਇੱਕ ਵਰਲਡ ਰਾਮਸਰ ਸਾਈਟ ਦਾ ਸਟੇਟਸ ਦਿੱਤਾ ਹੈਗਾ। ਤਾਂ ਇਸ ਦਾ ਆਨਸਰ ਹੋਇਆ ਜੀ ਆਪਸ਼ਨ ਨੰਬਰ ਬੀ 6 ਤੇ 82। ਇੱਕ ਚੀਜ਼ ਯਾਦ ਰੱਖਿਓ ਜੀ, ਰਾਮਸਰ ਕਨਵੈਨਸ਼ਨ ਇੱਕ ਜਿਹੜੀ ਹੈਗੀ ਨਾ ਰਾਮਸਰ, ਇਹ ਰਾਮਸਰ ਕਨਵੈਨਸ਼ਨ 1971 ਦੇ ਵਿੱਚ ਸਾਈਨ ਹੋਈ ਹੈ ਜੀ ਤੇ ਇਹਦੇ ਅੰਡਰ ਕੀ ਹੈਗਾ, ਜਿਹੜੀ ਵੀ ਜਗ੍ਹਾ ਹਿਊਮਨ ਐਕਟੀਵਿਟੀਜ਼ ਕਰਕੇ ਡਿਸਟਰੋਏ ਹੋ ਰਹੀ ਹੋਊਗੀ ਉਹਨੂੰ ਜਿਹੜਾ ਹੈ ਪ੍ਰੋਟੈਕਟ ਕਰਨ ਲਈ ਆਪਾਂ ਰਾਮਸਰ ਕਨਵੈਨਸ਼ਨ ਜਾਂ ਰਾਮਸਰ ਸਾਈਟ ਦਾ ਦਰਜਾ ਦੇ ਦਿੰਦੇ ਹੈਗੇ। ਤੇ ਬਿਆਸ ਭਾਰਤ ਦੇ ਵਿੱਚ ਪਹਿਲੀ ਨਦੀ ਸੀ ਜਿਹਨੂੰ ਕੀ ਹੈਗਾ ਇੱਕ ਆਪਣਾ ਰਾਮਸਰ ਸਾਈਟ ਦਾ ਸਟੇਟਸ ਦਿੱਤਾ ਗਿਆ। ਤੇ ਦੋ ਤਰ੍ਹਾਂ ਦੀ ਡੋਲਫਿਨ ਮਿਲਦੀ ਹੈ ਜੀ ਆਪਣੇ ਇੰਡੀਆ ਦੇ ਵਿੱਚ, ਇੱਕ ਫਰੈਸ਼ ਵਾਟਰ ਡੋਲਫਿਨ ਹੈ ਜਿਹੜੀ, ਇੱਕ ਤਾਂ ਹੋਗੀ ਗੰਗਾ ਰਿਵਰ ਡੋਲਫਿਨ, ਦੂਸਰੀ ਹੈਗੀ ਹੈ ਜੀ ਇੰਡਸ ਵਾਟਰ ਡੋਲਫਿਨ ਜਾਂ ਇੰਡਸ ਰਿਵਰ ਡੋਲਫਿਨ। ਤੇ ਇੰਡਸ ਰਿਵਰ ਵਾਲੀ ਡੋਲਫਿਨ ਵੀ ਜਿਹੜੀ ਹੈਗੀ ਹੈ ਉਹ ਆਪਣੇ ਬਿਆਸ ਰਿਵਰ ਦੇ ਵਿੱਚ ਹੀ ਪਾਈ ਜਾਂਦੀ ਹੈਗੀ ਹੈ। नेक्स्ट क्वेश्चन जी, नामधारी मूवमेंट वाज आल्सो कॉल्ड कूका मूवमेंट वाज स्टार्टेड बाय डैश एंड ही वाज ए डिसाइपल ऑफ डैश। मतलब नामधारी मूवमेंट ਜਿਹੜੀ ਹੈ ਕਿਹੜੇ ਬੰਦੇ ਨੇ ਸ਼ੁਰੂ ਕੀਤੀ ਤੇ ਉਹ ਕਿਹੜੇ ਪਰਸਨ ਦੇ ਸਟੂਡੈਂਟ ਸੀਗੇ। ਤਾਂ ਇਸ ਦਾ ਆਪਸ਼ਨ ਆਇਆ ਜੀ ਭਾਈ ਰਾਮ ਸਿੰਘ ਐਂਡ ਬਾਬਾ ਬਾਲਕ ਸਿੰਘ। ਤੇ ਨਾਮਧਾਰੀਆਂ ਦੀ ਕੀ ਮੇਜਰ ਆਈਡੀਓਲੋਜੀ ਸੀ ਜੀ ਕਿ ਆਪਾਂ ਨੇ ਜਿਹੜਾ ਹੈ ਬ੍ਰਿਟਿਸ਼ਰਸ ਦੇ ਜਿਹੜੇ ਪ੍ਰੋਡਕਟ ਹੋਣਗੇ ਇਹਨਾਂ ਦਾ ਬਾਈਕਾਟ ਕਰਨਾ ਹੈਗਾ, ਉਹਨਾਂ ਦੇ ਸਕੂਲ ਕਾਲਜਿਸ ਦੇ ਵਿੱਚ ਐਡਮਿਸ਼ਨ ਨਹੀਂ ਲੈਣੀ ਹੈਗੀ। ਪਰ ਜਿਹੜਾ ਹੈ ਜੀ ਇਹਨਾਂ ਨੇ ਮਤਲਬ ਕੂਕਾ ਮੂਵਮੈਂਟ ਦੇ ਅੰਦਰ ਜਿਹੜਾ ਮਲੇਰਕੋਟਲਾ ਦੇ ਵਿੱਚ ਕਾਓ ਪ੍ਰੋਟੈਕਸ਼ਨ ਮੂਵਮੈਂਟ ਵੀ ਚਲਾਉਂਦੇ ਨੇ। ਮਲੇਰਕੋਟਲਾ ਦੇ ਵਿੱਚ ਜਦੋਂ ਇਹ ਬੂਚੜਖਾਨਿਆਂ ਨੂੰ ਅਟੈਕ ਕਰਨਗੇ ਤਾਂ ਉੱਥੇ ਜਿਹੜਾ ਹੈ ਇਹ ਮੂਵਮੈਂਟ ਨੂੰ ਬਰੂਟਲੀ ਸਪਰੈਸ ਵੀ ਕੀਤਾ ਜਾਊਗਾ। ਤੇ ਬਾਅਦ ਦੇ ਵਿੱਚ ਜਿਹੜਾ ਹੈ ਜੀ ਬਾਬਾ ਰਾਮ ਸਿੰਘ ਨੂੰ ਰੰਗੂਨ ਦੇ ਵਿੱਚ ਵੀ ਐਕਸਪੋਰਟ ਕੀਤਾ ਜਾਂਦਾ ਹੈਗਾ ਜਿੱਥੇ ਇਹਨਾਂ ਦੀ ਕੀ ਹੈ ਡਿਪੋਰਟ ਕੀਤਾ ਜਾਂਦਾ ਬੇਸਿਕਲੀ ਤੇ ਇੱਥੇ ਇਹਨਾਂ ਦੀ ਹੀ ਡੈਥ ਹੁੰਦੀ ਹੈਗੀ ਹੈ। On the basis of census of 2011, arrange the following districts of Punjab with respect to their population in their increasing order। ਇਹਨਾਂ ਦੇ ਵਿੱਚੋਂ ਜਿਹੜੇ 4 ਜ਼ਿਲ੍ਹੇ ਨੇ ਜੀ ਆਬਾਦੀ ਦੇ ਆਧਾਰ ਤੇ ਇਹਨਾਂ ਨੂੰ ਜਿਹੜਾ ਹੈ ਵਾਧੇ ਕ੍ਰਮ ਵੱਲ ਲਗਾਉਣਾ ਹੈਗਾ, ਇੰਕਰੀਜ਼ਿੰਗ ਆਰਡਰ ਦੇ ਵਿੱਚ ਲਗਾਉਣਾ ਹੈਗਾ। ਆਪਸ਼ਨ ਹੈ ਜੀ ਰੂਪਨਗਰ, ਫਰੀਦਕੋਟ, ਮੁਕਤਸਰ ਤੇ ਮਾਨਸਾ। ਇਸ ਦਾ ਸਹੀ ਆਨਸਰ ਹੋਏਗਾ ਜੀ ਆਪਸ਼ਨ ਨੰਬਰ ਬੀ। ਪਹਿਲ ਤੇ ਹੈਗੀ ਜੀ ਸਭ ਤੋਂ ਘੱਟ ਆਬਾਦੀ ਹੈਗੀ ਫਰੀਦਕੋਟ ਦੀ, ਫਰੀਦਕੋਟ ਤੋਂ ਬਾਅਦ ਆਈ ਜੀ ਰੂਪਨਗਰ ਦੀ, ਰੂਪਨਗਰ ਤੋਂ ਬਾਅਦ ਆਈ ਜੀ ਆਪਣੀ ਮਾਨਸਾ ਤੇ ਉਸ ਤੋਂ ਬਾਅਦ ਆਈ ਜੀ ਆਪਣੀ ਮੁਕਤਸਰ ਸਾਹਿਬ। ਠੀਕ ਹੈ ਜੀ, ਤੇ ਇਹਨਾਂ ਦੀ ਆਬਾਦੀ ਇੰਕਰੀਜ਼ਿੰਗ ਆਰਡਰ ਦੇ ਬੇਸਿਸ ਤੇ ਹੀ ਲਗਾਣੀ ਹੈਗੀ ਆ। ਠੀਕ ਹੈ ਜੀ, ਨੈਕਸਟ ਹੈ ਜੀ ਦ ਕਲਿਆਣ ਚੰਦ ਦ ਕਿੰਗ ਆਫ ਡੈਸ਼ ਸਟੇਟ ਗੇਵ ਡੈਸ਼ ਲੈਂਡ ਟੂ ਦ ਗੁਰੂ ਡੈਸ਼ ਵੇਅਰ ਪ੍ਰੈਜ਼ੈਂਟ ਡੇ ਸਿਟੀ ਕੀਰਤਪੁਰ ਸਾਹਿਬ ਇਜ਼ ਸਿਚੁਏਟਿਡ। ਠੀਕ ਹੈ ਜੀ, ਕੀਰਤਪੁਰ ਸਾਹਿਬ ਇਹਨਾਂ ਦੇ ਵਿੱਚੋਂ ਕਿਹੜੇ ਗੁਰੂ ਸਾਹਿਬਾਨ ਨੇ ਜੇ ਬਸਾਇਆ, ਤੁਹਾਨੂੰ ਇੰਨਾ ਕੁ ਆਈਡੀਆ ਹੋਣਾ ਚਾਹੀਦਾ ਜੀ, ਤੁਹਾਨੂੰ ਆਹ ਕੁਐਸਚਨ ਦਾ ਆਨਸਰ ਹੋ ਜਾਏਗਾ। ਇਹਦਾ ਆਨਸਰ ਹੈਗਾ ਜੀ ਆਪਸ਼ਨ ਨੰਬਰ ਡੀ ਗੁਰੂ ਹਰਗੋਬਿੰਦ ਜੀ। ਗੁਰੂ ਹਰਗੋਬਿੰਦ ਜੀ ਨੇ ਜਿਹੜਾ ਹੈ ਜੀ ਕੀਰਤਪੁਰ ਸਾਹਿਬ ਬਸਾਇਆ ਹੈਗਾ ਤੇ ਇਹਨਾਂ ਦਾ ਜਿਹੜਾ ਹੈ ਜੀ 6ਵੇਂ ਗੁਰੂ ਸਾਹਿਬਾਨ ਅਤੇ 7ਵੇਂ ਗੁਰੂ ਸਾਹਿਬਾਨ ਨੇ ਜੀ ਜਿਹੜੇ ਆਪਣੇ ਇਹਨਾਂ ਦਾ ਅੰਤਿਮ ਸੰਸਕਾਰ ਵੀ ਜਿਹੜਾ ਹੈ ਜੀ ਕੀਰਤਪੁਰ ਸਾਹਿਬ ਵਿੱਚ ਹੀ ਹੋਏਗਾ। ਤੇ ਕੀਰਤਪੁਰ ਸਾਹਿਬ ਦੇ ਵਿੱਚ ਜਿੱਥੇ ਸੰਸਕਾਰ ਕੀਤਾ ਗਿਆ ਸੀ ਜੀ ਉੱਥੇ ਅੱਜ ਦੀ ਡੇਟ 'ਚ ਗੁਰਦੁਆਰਾ ਬਣਿਆ ਹੈ, ਗੁਰਦੁਆਰਾ ਪਤਾਲਪੁਰੀ। ਅੱਜ ਦੀ ਡੇਟ ਜਿਵੇਂ ਹਿੰਦੂ ਧਰਮ ਦੇ ਵਿੱਚ ਫੁੱਲ ਪਾਉਣ ਲਈ ਆਪਾਂ ਅਸਥੀਆਂ ਬਹਾਉਣ ਲਈ ਜਿਹੜਾ ਹੈ ਜੀ ਗੰਗਾ 'ਚ ਜਾਂਦੇ ਨੇਗੇ ਤੇ ਇੱਥੇ ਜਿਹੜਾ ਹੈ ਸਿੱਖ ਧਰਮ ਦੇ ਜਿਹੜੇ ਸ਼ਰਧਾਲੂ ਨੇਗੇ ਉਹ ਕੀਰਤਪੁਰ ਸਾਹਿਬ ਦੇ ਵਿੱਚ ਫੁੱਲ ਪਾਉਣ ਜਾਂ ਅਸਥੀਆਂ ਪਾਉਣ ਜਾਂਦੇ ਨੇ। ਤੁਸੀਂ ਦੱਸਣਾ ਜੀ ਇਹ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈਗਾ ਇਹ ਕਿਹੜੀ ਨਦੀ ਦੇ ਕਿਨਾਰੇ ਤੇ ਬਣਿਆ ਹੋਇਆ ਹੈਗਾ। ਨੈਕਸਟ ਕੁਐਸਚਨ ਜੀ, ਡੈਸ਼ ਵਾਸ ਦਾ ਫਾਊਂਡਰ ਪ੍ਰੈਜ਼ੀਡੈਂਟ ਆਫ ਗਦਰ ਪਾਰਟੀ ਐਂਡ ਇਟ ਵਾਸ ਇਨੀਸ਼ੀਅਲੀ ਨੋਨ ਐਜ਼। ਇਹਨਾਂ ਦੇ ਵਿੱਚੋਂ ਕਿਹੜਾ ਬੰਦਾ ਜਿਹੜਾ ਹੈ ਗਦਰ ਪਾਰਟੀ ਦਾ ਫਾਊਂਡਰ ਰਿਹਾ ਹੈਗਾ ਤੇ ਇਹਦਾ ਓਰੀਜਨਲ ਨਾਮ ਜਾਂ ਸ਼ੁਰੂਆਤ ਦੇ ਵਿੱਚ ਨਾਮ ਕੀ ਸੀਗਾ। ਸੋਹਣ ਸਿੰਘ ਭਕਨਾ, ਪੈਸੀਫਿਕ ਕੋਸਟ ਹਿੰਦੁਸਤਾਨ ਐਸੋਸੀਏਸ਼ਨ, ਲਾਲਾ ਹਰਦਿਆਲ, ਕਰਤਾਰ ਸਿੰਘ ਸਰਾਭਾ, ਭਗਤ ਸਿੰਘ। ਠੀਕ ਹੈ ਜੀ, ਤਾਂ ਇਸ ਦਾ ਸਹੀ ਆਨਸਰ ਹੋਇਆ ਜੀ ਸੋਹਣ ਸਿੰਘ ਭਕਨਾ ਤੇ ਪੈਸੀਫਿਕ ਕੋਸਟ ਹਿੰਦੁਸਤਾਨ ਐਸੋਸੀਏਸ਼ਨ। ਇਹ ਵਾਲੀ ਜਿਹੜੀ ਸੰਸਥਾ ਹੈਗੀ ਹੈ ਜੀ 1913 ਦੇ ਵਿੱਚ ਬਣਾਈ ਗਈ ਸੀਗੀ ਤੇ ਬਾਅਦ ਦੇ ਵਿੱਚ ਇਹ ਜਿਹੜਾ ਹੈ ਯੁਗਾਂਤਰ ਆਸ਼ਰਮ ਸੈਨ ਫਰਾਂਸਿਸਕੋ ਦੇ ਵਿੱਚ ਜਿਹੜੀ ਜਗ੍ਹਾ ਹੈਗੀ ਹੈ ਜੀ ਇਹ ਇਹਦਾ ਹੈੱਡਕੁਆਟਰ ਸੀ। ਤੇ ਗਦਰ ਨਾਮ ਦਾ ਇਸ ਸੰਸਥਾ ਦੇ ਦੁਆਰਾ ਇੱਕ ਅਖਬਾਰ ਵੀ ਚਲਾਇਆ ਗਿਆ ਸੀ ਤੇ ਇਹੀ ਅਖਬਾਰ ਦੇ ਵਿੱਚ ਜਿਹੜੀਆਂ ਮੇਨ ਟੈਗਲਾਈਨ ਜਾਂ ਮੈਂਸ਼ਨ ਕੀਤਾ ਹੁੰਦਾ ਸੀਗਾ ਉਹਦੇ ਨਾਮ ਹੁੰਦੇ ਸੀ ਜੀ ਅੰਗਰੇਜ਼ੀ ਰਾਜ ਕਾ ਦੁਸ਼ਮਣ ਜਾਂ ਅੰਗਰੇਜ਼ੀ ਰਾਜ ਕਾ ਦੁਸ਼ਮਣ ਆਇਆ ਜੀ ਇੱਕ, ਤੇ ਦੂਜਾ ਹੈ ਜੀ ਅੰਗਰੇਜ਼ੀ ਰਾਜ ਕਾ ਕੱਚਾ ਚਿੱਠਾ। ਠੀਕ ਹੈ ਜੀ, ਜਿਹਦੇ ਵਿੱਚ ਬ੍ਰਿਟਿਸ਼ ਪਾਲਿਸੀਜ਼ ਨੂੰ ਕ੍ਰਿਟੀਸਾਈਜ਼ ਕਰਨ ਦਾ ਕੰਮ ਕੀਤਾ ਜਾਂਦਾ ਸੀ। ਨੈਕਸਟ ਕੁਐਸਚਨ ਜੀ,
On which personality did ਨਵਾਬ ਕਪੂਰ ਸਿੰਘ conferred the title of ਸੁਲਤਾਨ ਉਲ ਕੌਮ on? ਇਹਨਾਂ ਦੇ ਵਿੱਚੋਂ ਨਵਾਬ ਕਪੂਰ ਸਿੰਘ ਨੇ ਜਿਹੜਾ ਹੈ ਕਿਹੜੇ ਬੰਦੇ ਨੂੰ ਸੁਲਤਾਨ ਕੌਮ ਜਾਂ ਸੁਲਤਾਨ ਉਲ ਕੌਮ ਦਾ ਦਰਜਾ ਦਿੱਤਾ ਹੈਗਾ? ਰਣਜੀਤ ਸਿੰਘ, ਜੱਸਾ ਸਿੰਘ ਰਾਮਗੜੀਆ, ਜੱਸਾ ਸਿੰਘ ਆਹਲੂਵਾਲੀਆ, ਬੰਦਾ ਬਹਾਦਰ। ਇਸ ਦਾ ਸਹੀ ਆਨਸਰ ਹੋਇਆ ਜੀ ਜੱਸਾ ਸਿੰਘ ਆਹਲੂਵਾਲੀਆ। ਨਵਾਬ ਕਪੂਰ ਸਿੰਘ ਨੂੰ ਪਹਿਲਾਂ ਤਾਂ ਜਿਹੜਾ ਹੈ ਜੀ ਟਾਈਟਲ ਦਿੱਤਾ ਜਾਂਦਾ ਨਵਾਬ ਦਾ ਜ਼ਕਰੀਆ ਖਾਨ ਦੇ ਦੁਆਰਾ। ਜ਼ਕਰੀਆ ਖਾਨ ਦੇ ਨਵਾਬ ਦਾ ਟਾਈਟਲ ਦੇਣ ਤੋਂ ਬਾਅਦ ਨਵਾਬ ਕਪੂਰ ਸਿੰਘ ਕੀ ਕਰਦੇ ਨੇ ਜੀ, ਦਲ ਖਾਲਸਾ ਆਰਗੇਨਾਈਜ਼ ਕਰਦੇ ਨੇ। ਦਲ ਖਾਲਸਾ ਦੇ ਵਿੱਚ ਕੀ ਹੁੰਦਾ ਜੀ, ਇਹਨੂੰ ਫਰਦਰ ਦੋ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ। ਇੱਕ ਤਾਂ ਹੋਇਆ ਜੀ ਕਰੁਣਾ ਦਲ, ਦੂਜਾ ਹੋਇਆ ਤਰੁਣਾ ਦਲ। ਠੀਕ ਹੈ ਜੀ। ਕਰੁਣਾ ਦਲ ਦੇ ਵਿੱਚ ਕੀ ਸੀਗਾ, ਸਾਰੇ ਓਲਡ ਬੰਦੇ ਮਤਲਬ ਬਜ਼ੁਰਗ ਬੰਦੇ ਹੁੰਦੇ ਸੀਗੇ, ਤੇ ਤਰੁਣਾ ਦਲ ਦੇ ਵਿੱਚ ਸਾਰੇ ਯੰਗ ਬੰਦੇ ਹੁੰਦੇ ਸੀਗੇ। ਤੇ ਬਾਅਦ ਦੇ ਵਿੱਚ ਜ਼ਕਰੀਆ ਖਾਨ ਨੇ ਇਹ ਆਰਗੇਨਾਈਜੇਸ਼ਨ ਨੂੰ ਜਿਹੜਾ ਹੈ ਇਲੀਗਲ ਜਾਂ ਮਤਲਬ ਜਿਹੜਾ ਹੈ ਗੈਰ ਕਾਨੂੰਨੀ ਘੋਸ਼ਿਤ ਕਰਤਾ ਸੀ। ਬਾਅਦ ਦੇ ਵਿੱਚ ਦਲ ਖਾਲਸਾ ਨੂੰ ਦੁਬਾਰਾ ਆਰਗੇਨਾਈਜ਼ ਕੀਤਾ ਜਾਂਦਾ, ਜਿਹਦੇ ਵਿੱਚ ਕੀ ਹੈ ਸਿੱਖ ਮਿਸਲਾਂ ਨਿਕਲ ਕੇ ਆਉਣਗੀਆਂ ਜੀ, ਤੇ ਸੁਲਤਾਨ ਕੌਮ ਦਾ ਟਾਈਟਲ ਹੈ ਜਿਹੜਾ ਉਹ ਜੱਸਾ ਸਿੰਘ ਆਹਲੂਵਾਲੀਆ ਨੂੰ ਦਿੱਤਾ ਜਾਏਗਾ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ ਜੀ, ਵਟ ਇਜ਼ ਦਾ ਪ੍ਰੋਜੈਕਟਡ ਗਰੋਥ ਰੇਟ ਆਫ ਗ੍ਰੋਸ ਸਟੇਟ ਡੋਮੈਸਟਿਕ ਪ੍ਰੋਡਕਟ ਆਫ ਪੰਜਾਬ ਇਨ ਦਾ ਈਅਰ 2023-24 ਐਟ ਕਰੰਟ ਪ੍ਰਾਈਸਿਸ? ਪੰਜਾਬ ਦੀ ਪ੍ਰੋਜੈਕਟਡ ਗਰੋਥ ਕਿੰਨੀ ਦਰਸਾਈ ਗਈ ਹੈ ਜੀ ਕਰੰਟ ਮਾਰਕੀਟ ਪ੍ਰਾਈਸ ਦੇ ਹਿਸਾਬ ਨਾਲ? 9.5%, 8.4 ਤੇ 12.3 ਤੇ 10.7%। ਇਸ ਦਾ ਸਹੀ ਆਨਸਰ ਹੈ ਜੀ ਆਪਸ਼ਨ ਨੰਬਰ ਏ 9.5%। ਦ ਲੌਂਗੈਸਟ ਰਿਵਰ ਆਫ ਸਿੰਧ ਸਾਗਰ ਦੁਆਬ ਇਜ਼ ਡੈਸ਼ ਐਂਡ ਦ ਵਾਈਲ ਦ ਸ਼ਾਰਟੈਸਟ ਇਜ਼? ਇਹਨਾਂ ਦੇ ਵਿੱਚੋਂ ਸਿੰਧ ਸਾਗਰ ਦੁਆਬ ਦੀ ਸਭ ਤੋਂ ਲੰਬੀ ਨਦੀ ਕਿਹੜੀ ਹੈ ਜੀ, ਤੇ ਸਭ ਤੋਂ ਛੋਟੀ ਨਦੀ ਕਿਹੜੀ ਹੈ? ਤਾਂ ਇਸ ਦਾ ਸਹੀ ਆਨਸਰ ਹੋਏਗਾ ਜੀ ਸਤਲੁਜ ਤੇ ਬਿਆਸ। ਇੰਡਸ ਵਾਟਰ ਸਿਸਟਮ ਦੇ ਵਿੱਚ ਤੁਸੀਂ ਪੜ੍ਹਿਆ ਹੋਏਗਾ ਜੀ ਇੰਡਸ, ਜੇਹਲਮ, ਚਿਨਾਬ, ਰਾਵੀ, ਬਿਆਸ, ਸਤਲੁਜ। ਇਹ ਜਿਹੜੀਆਂ ਨੇ ਜੀ ਪੰਜਾਬ ਦੀਆਂ ਆਪਣੀਆਂ ਮੇਜਰ ਰਿਵਰਸ ਆ ਗਈਆਂ। ਸਿੰਧ ਸਾਗਰ ਦੁਆਬ ਬੇਸਿਕਲੀ ਕਿਹਨੂੰ ਕਹਿ ਰਹੇ ਹਾਂ ਜੀ, ਇੰਡਸ ਤੇ ਜੇਹਲਮ ਦੇ ਵਿਚਕਾਰ ਆ ਗਿਆ ਸਿੰਧ ਸਾਗਰ ਦੁਆਬ। ਇਹਦੇ ਵਿਚਕਾਰ ਆਇਆ ਜੀ ਛੱਜ ਦੁਆਬ, ਇਹਦੇ ਵਿਚਕਾਰ ਆਇਆ ਰਾਵੀ ਤੇ ਚਿਨਾਬ ਦੇ ਵਿੱਚ ਰਚਨਾ ਦੁਆਬ, ਤੇ ਬਿਆਸ ਤੇ ਰਾਵੀ ਦੇ ਵਿੱਚ ਆਇਆ ਬਾਰੀ ਦੁਆਬ, ਤੇ ਸਤਲੁਜ ਤੇ ਬਿਆਸ 'ਚ ਆਇਆ ਬਿਸਤ ਦੁਆਬ। ਠੀਕ ਹੈ ਜੀ। ਤੇ ਆਪਣੇ ਇੰਡੀਆ ਦੇ ਵਿੱਚ ਜਿਹੜਾ ਹੈ ਜੀ ਇਹਦੀ ਜਿਹੜੀ ਸਭ ਤੋਂ ਲੰਬੀ ਰਿਵਰ ਹੈਗੀ ਹੈ ਸਤਲੁਜ ਰਿਵਰ ਹੈ, ਤੇ ਸਭ ਤੋਂ ਛੋਟੀ ਰਿਵਰ ਜਿਹੜੀ ਹੈਗੀ ਹੈ ਉਹ ਹੈਗੀ ਹੈ ਜੀ ਆਪਣੀ ਬਿਆਸ ਰਿਵਰ। ਤੇ ਇੰਡੀਆ ਦੇ ਵਿੱਚ ਜਿਹੜਾ ਹੈ ਜੀ ਇੰਡਸ ਰਿਵਰ ਜਿਹੜਾ ਹੈ ਬਹੁਤ ਘੱਟ ਏਰੀਆ ਫਲੋ ਕਰਦੀ ਹੈਗੀ ਹੈ। ਤੇ ਇੰਡਸ ਵਾਟਰ ਟ੍ਰੀਟੀ ਦਾ ਵੀ ਯਾਦ ਰੱਖ ਲਿਓ ਜੀ। ਇੰਡਸ ਵਾਟਰ ਟ੍ਰੀਟੀ ਹੈ ਜਿਹੜੀ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਹੋਈ ਹੈ, ਜਿਹਦੇ ਵਿੱਚ ਕੀ ਕਿਹਾ ਗਿਆ ਕਿ ਜਿਹੜੇ ਉੱਪਰਲੇ ਤਿੰਨ ਨਦੀਆਂ ਹੋਣਗੀਆਂ ਇਹਨਾਂ ਦਾ ਜਿਹੜਾ ਹੈ 80% ਪਾਣੀ ਪਾਕਿਸਤਾਨ ਨੂੰ ਜਾਏਗਾ, 20% ਪਾਣੀ ਜਿਹੜਾ ਹੈ ਇੰਡੀਆ ਯੂਟੀਲਾਈਜ਼ ਕਰੇਗਾ। ਠੀਕ ਹੈ ਜੀ। ਇੰਡਸ ਵਾਟਰ ਟ੍ਰੀਟੀ ਵੀ 1960 ਦੇ ਵਿੱਚ ਸਾਈਨ ਕੀਤੀ ਗਈ ਹੈ ਜੀ। ਨੈਕਸਟ ਹੈ ਜੀ, ਦ ਵੈਦਿਕ ਆਰ ਸੈਡ ਟੂ ਹੈਵ ਬੀਨ ਰਿਟਨ ਐਟ ਡੈਸ਼ ਐਂਡ ਡੈਸ਼ ਵਾਜ਼ ਇਟਸ ਮੇਨ ਡਾਇਟੀ? ਵੈਦਿਕ ਕਾਲ ਦੇ ਵਿੱਚ ਮਤਲਬ ਵੇਦ ਲਿਖੇ ਕਿਹੜੀ ਨਦੀ ਦੇ ਕਿਨਾਰੇ ਗਏ, ਕਿਹੜੀ ਨਦੀ ਦੇ ਕਿਨਾਰੇ ਗਏ ਨੇ, ਤੇ ਇਹਦਾ ਤਾਂ ਜਿਹੜਾ ਮੇਨ ਦੇਵਤਾ ਸੀ ਉਹ ਕਿਹੜਾ ਸੀ? ਹੁਣ ਜੇ ਤੁਸੀਂ ਰਿਗਵੇਦਿਕ ਕਾਲ ਦੇ ਵਿੱਚ ਥੋੜਾ ਜਿਹਾ ਧਿਆਨ ਦਿੱਤਾ ਹੋਵੇ ਜੀ, ਉਹਨਾਂ ਦੇ ਰਿਗਵੇਦਿਕ ਕਾਲ ਦੇ ਵਿੱਚ ਜਿਹੜਾ ਉਹਨਾਂ ਦਾ ਮੇਜਰ ਦੇਵਤਾ ਹੁੰਦਾ ਹੈਗਾ ਉਹ ਹੁੰਦਾ ਜੀ ਇੰਦਰ। ਤਾਂ ਇੰਦਰ ਦੇਵਤਾ ਜਿਹੜਾ ਹੈ ਵਾਰਲੋਡ ਦਾ ਦਰਜਾ ਵੀ ਦਿੱਤਾ ਹੋਇਆ ਸੀਗਾ। ਤਾਂ ਇੱਥੋਂ ਹੀ ਤੁਹਾਡਾ ਜਿਹੜਾ ਹੈ ਪਹਿਲਾਂ ਤਾਂ ਆਪਣਾ ਆਨਸਰ ਨਿਕਲ ਕੇ ਆ ਸਕਦਾ, ਕਿਉਂਕਿ ਦ ਬੈਂਕ ਆਫ ਰਿਵਰ ਇਨ ਪੰਜਾਬ ਜਿਹੜੀ ਗੰਗਾ ਰਿਵਰ ਹੈਗੀ ਹੈ ਜੀ, ਗੰਗਾ ਰਿਵਰ ਤਾਂ ਆਪਣੇ ਰਿਗਵੇਦ ਦੇ ਵਿੱਚ ਇੱਕ ਵਾਰੀ ਮੈਂਸ਼ਨ ਆਉਂਦਾ ਹੈਗਾ। ਤੇ ਯਮੁਨਾ ਦਾ ਵੀ ਇਹ ਤਾਂ ਆਪਸ਼ਨ ਹੀ ਗਲਤ ਹੋ ਗਿਆ, ਕਿਉਂਕਿ ਅਗਨੀ ਤਾਂ ਜਿਹੜਾ ਹੈ ਮੇਨ ਡਾਇਟੀ ਹੈ ਨਹੀਂ ਸੀ, ਇਹ ਤਾਂ ਦੂਜੇ ਨੰਬਰ ਦਾ ਡਾਇਟੀ ਹੈ। ਸਭ ਤੋਂ ਜ਼ਿਆਦਾ ਜਿਹੜੀਆਂ ਰਿਗਵੇਦ ਦੇ ਵਿੱਚ ਭੇਟਾਂ ਦੱਸੀਆਂ ਗਈਆਂ ਨੇ ਉਹ ਇੰਦਰ ਦੇ ਬਾਰੇ ਦੱਸੀਆਂ ਗਈਆਂ ਨੇ। ਤਾਂ ਇੱਦਾਂ ਐਲੀਮੀਨੇਸ਼ਨ ਟੈਕਨੀਕ ਲਗਾ ਕੇ ਵੀ ਤੁਸੀਂ ਜਿਹੜਾ ਹੈ ਜੀ ਆਨਸਰ ਲਿਖ ਸਕਦੇ ਹੈਗੇ ਹੋ, ਕਿਉਂਕਿ ਗੰਗਾ ਦਾ ਮੈਂਸ਼ਨ ਰਿਗਵੇਦ ਦੇ ਵਿੱਚ ਸਿਰਫ ਇੱਕ ਵਾਰ ਹੀ ਆਇਆ। ਇੰਡਸ ਰਿਵਰ ਜਿਹੜਾ ਹੈ ਕਾਫੀ ਵਾਰ ਮੈਂਸ਼ਨ ਕੀਤਾ ਗਿਆ। ਤੇ ਸਭ ਤੋਂ ਇੰਪੋਰਟੈਂਟ ਰਿਵਰ ਜਿਹੜਾ ਰਿਗਵੇਦ ਦੇ ਵਿੱਚ ਦੱਸਿਆ ਗਿਆ ਜੀ ਉਹ ਹੈਗਾ ਸੀਗਾ ਆਪਣਾ ਪਵਿੱਤਰ ਨਦੀ ਸੀ ਸਰਸਵਤੀ ਨਦੀ, ਤੇ ਉਹਨੂੰ ਨਦੀ ਪਤਮਾਨ ਲਿਖਿਆ ਗਿਆ ਹੈਗਾ। ਨੈਕਸਟ ਹੈ ਜੀ, ਮਹਾਰਾਜਾ ਸ਼ੇਰ ਸਿੰਘ ਵਾਜ਼ ਅਸੈਸੀਨੇਟਿਡ ਇਨ ਡੈਸ਼ ਬਾਈ ਡੈਸ਼? ਮਹਾਰਾਜਾ ਸ਼ੇਰ ਸਿੰਘ ਨੂੰ ਜਿਹੜਾ ਹੈ ਕਿਹੜੇ ਬੰਦੇ ਦੁਆਰਾ ਮਾਰਿਆ ਜਾਂਦਾ ਹੈਗਾ ਤੇ ਕਦੋਂ ਮਾਰਿਆ ਜਾਂਦਾ ਹੈਗਾ? ਇਸ ਦਾ ਸਹੀ ਆਨਸਰ ਹੋਇਆ ਜੀ 1843 ਅਜੀਤ ਸਿੰਘ ਸੰਧਾਵਾਲੀਆ। ਠੀਕ ਹੈ ਜੀ। ਮਹਾਰਾਜਾ ਸ਼ੇਰ ਸਿੰਘ ਜਿਹੜੇ ਨੇਗੇ ਇਹ ਮੱਧ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਤੋਂ ਬਾਅਦ ਖੜਕ ਸਿੰਘ ਬਣਦੇ ਨੇ। ਖੜਕ ਸਿੰਘ ਤੋਂ ਬਾਅਦ ਜਿਹੜਾ ਹੈ ਫਿਰ ਸ਼ੇਰ ਸਿੰਘ ਜੀ ਦੀ ਵਾਰੀ ਆਉਂਦੀ ਹੈ। ਨੌਨਿਹਾਲ ਸਿੰਘ ਬਣਦੇ ਨੇ। ਨੌਨਿਹਾਲ ਸਿੰਘ ਤੋਂ ਬਾਅਦ ਸ਼ੇਰ ਸਿੰਘ। ਇਹ ਸਾਰਿਆਂ ਦੀ ਜਿਹੜੀ ਕ੍ਰੋਨੋਲੋਜੀ ਚੱਲਦੀ ਹੈ ਤੇ ਇਹਨਾਂ ਨੂੰ ਮਾਰਿਆ ਜਾਂਦਾ ਹੈਗਾ ਅਜੀਤ ਸਿੰਘ ਸੰਧਾਵਾਲੀਆ ਦੁਆਰਾ। ਠੀਕ ਹੈ ਜੀ। ਦ ਸਟੇਟ ਬਰਡ ਆਫ ਪੰਜਾਬ ਇਜ਼ ਡੈਸ਼ ਐਂਡ ਇਟਸ ਜੂਲੋਜੀਕਲ ਨੇਮ ਇਜ਼? ਪੰਜਾਬ ਦਾ ਸਟੇਟ ਪੰਛੀ ਕਿਹੜਾ ਹੈਗਾ ਤੇ ਉਹਦਾ ਜੂਲੋਜੀਕਲ ਨਾਮ ਜਾਂ ਸਾਇੰਟੀਫਿਕ ਨੇਮ ਕੀ ਹੈਗਾ? ਆਪਸ਼ਨ ਦੇ ਵਿੱਚ ਨਾਰਦਰਨ ਗੋਸ਼ਾਕ ਆਇਆ ਜੀ, ਈਗਲ ਆਇਆ, ਨਾਰਦਰਨ ਗੋਸ਼ਾਕ, ਕੋਲੰਬੀਆ ਲੀਵੀਆ ਆ ਗਿਆ, ਈਗਲ, ਐਸਿਪਟਰ ਜੈਂਟਿਲਿਸ। ਠੀਕ ਹੈ ਜੀ। ਤਾਂ ਇਸ ਦਾ ਸਹੀ ਆਨਸਰ ਹੋਇਆ ਆਪਸ਼ਨ ਨੰਬਰ ਏ ਨਾਰਦਰਨ ਗੋਸ਼ਾਕ। ਇਹਦਾ ਸਾਇੰਟੀਫਿਕ ਨੇਮ ਹੈ ਜੀ ਐਸਿਪਟਰ ਜੈਂਟਿਲਿਸ। ਨੈਕਸਟ ਹੈ ਜੀ, ਸੰਪੂਰਨ ਸਿੰਘ ਕਾਲੜਾ ਇਜ਼ ਵੈਲ ਨੋਨ ਡੈਸ਼ ਐਂਡ ਇਜ਼ ਪੋਪੂਲਰਲੀ ਨੋਨ ਐਜ਼ ਡੈਸ਼?
ਸੰਪੂਰਨ ਸਿੰਘ ਕਾਲੜਾ ਕਿਹੜੇ ਬੰਦੇ ਦਾ ਨਾਮ ਹੈਗਾ ਤੇ ਉਹ ਅੱਜ ਦੀ ਡੇਟ ਦੇ ਵਿੱਚ ਮਤਲਬ ਕਿਹੜੇ ਪ੍ਰੋਫੈਸ਼ਨ ਜਾਂ ਕਿੱਤੇ ਦੇ ਵਿੱਚ ਨੇਗੇ। ਤਾਂ ਇਸ ਦਾ ਸਹੀ ਆਨਸਰ ਹੈ ਜੀ ਲਿਰਿਸਿਸਟ ਐਂਡ ਫਿਲਮ ਮੇਕਰ, ਜਿਹੜੇ ਮਾਡਰਨ ਗੁਲਜ਼ਾਰ ਦੇ ਤੁਸੀਂ ਫਿਲਮਾਂ ਦੇ ਵਿੱਚ ਗਾਣੇ ਗੁਣੇ ਸੁਣੇ ਹੋਣੇ ਨੇ ਜੀ, ਠੀਕ ਹੈ। ਤਾਂ ਇਹਨਾਂ ਨੇ ਜਿਹੜਾ ਹੈ ਗਾਣਿਆਂ ਦੇ ਲਿਖਦੇ ਨੇ, ਇਸ ਤੋਂ ਇਲਾਵਾ ਸ਼ੇਰੋ ਸ਼ਾਇਰੀ ਵੀ ਕਰਦੇ ਨੇਗੇ। ਉਹਨਾਂ ਦਾ ਹੀ ਓਰੀਜਨਲ ਨੇਮ ਹੈ ਜਿਹੜਾ ਸੰਪੂਰਨ ਸਿੰਘ ਕਾਲੜਾ ਹੈਗਾ, ਠੀਕ ਹੈ ਜੀ। ਸੋ ਗਾਈਜ਼ ਅੱਜ ਦੇ ਸੈਸ਼ਨ ਦੇ ਵਿੱਚ ਇੰਨਾ ਹੀ ਜੀ, ਮਿਲਦੇ ਹਾਂ ਜੀ ਨੈਕਸਟ ਸੈਸ਼ਨ ਦੇ ਵਿੱਚ। तब तक लिए थैंक यू जी जुड़ने लिए, टेक केयर। हेलो स्टूडेंट, कैसे हैं आप लोग? उम्मीद करते हैं बहुत अच्छे होंगे। तो जैसे कि आपको मालूम है कि हर रोज आपके लिए कुछ ना कुछ नया ला के जाता है। हेलो स्टूडेंट, कैसे हैं आप लोग? उम्मीद करते हैं बहुत अच्छे होंगे। तो जैसे कि आपको मालूम है कि हर हफ्ते आपके पास एक मॉक टेस्ट लाया जाता है। तो चलिए स्टार्ट करते हैं रीजनिंग के मॉक टेस्ट से। सबसे पहले देखते हैं क्या लिखा है। ईच ऑफ द फॉलोइंग क्वेश्चन इज बेस्ड ऑन द फॉलोइंग अल्फाबेट सीरीज ABCD। आपके पास पूरा का पूरा जेड तक अल्फाबेट यहाँ पे लिखा हुआ है। विच लेटर शुड बी 9th, आपके पास 9th लेटर टू द लेफ्ट ऑफ 9th लेटर फ्रॉम द राइट, 9th लेटर फ्रॉम द राइट, ठीक है। इफ द फर्स्ट हाफ ऑफ द गिवन अल्फाबेट इज रिवर्स। फर्स्ट हाफ का रिवर्स का मतलब था कि आपके पास A से लेके M तक जो होता है फर्स्ट हाफ बनता है, इनको रिवर्स पैटर्न में लिखा गया है। तो अगर मैं बात करता हूं, देखो एक L है एक R है, दोनों को बेटा क्या करना पड़ेगा, ऑपरेटर लगाना पड़ेगा प्लस। 9 + 9 कितना हो गया बेटा 18R। कितना हो गया आपके पास 18R। अगर 18R है तो 27 से अगर माइनस कर दोगे बेटा आपके पास कितना आएगा, आपके पास 27 में से 8 गए 18 गए, कितने बचे 9L। अब 9 फ्रॉम द L है तो इसे रिवर्स ऑर्डर में लिख दिया। आपके पास फर्स्ट हाफ को रिवर्स में था तो या तो यहां से काउंट कर लो 1 2 3 4 5 6 7 8 9। तो आपके पास आंसर क्या आएगा बेटा E, क्योंकि रिवर्स ऑर्डर में लिखा था फर्स्ट हाफ को, तो इसका मतलब था A के नीचे अब M आ गया और M के नीचे आपके पास A आ गया। इसका मतलब क्या था, M के नीचे A आ गया और A के नीचे आपके पास M आ गया, ठीक है। तो आंसर इज B ऑप्शन। नेक्स्ट अगर बात करता हूं तो सबसे पहले क्या है, इफ द एनिमल हु कैन वॉक कॉल्ड स्विमर, ठीक है। आपके पास दोज हु क्रोल इज कॉल्ड फ्लाइंग, दोज लिविंग इन अ वाटर इज कॉल्ड स्नेक एंड दोज who fly in the sky are called hunter, then what will lizard will be called? lizard क्या करती है, क्रोलिंग करती है, चलती है, ठीक है। तो क्रोलर को क्या यहाँ पे बोला गया है, वो है फ्लाइंग। क्रोलर को आपके पास यहाँ पे क्या बोला गया है, फ्लाइंग आपके पास बोला गया है। तो आंसर इज सी ऑप्शन, आंसर इज सी ऑप्शन, ठीक है ना, फ्लाइंग। नेक्स्ट आप लोग देखिए अगला क्वेश्चन है फाइंड द मिसिंग नंबर। तो अब यहाँ पे क्या है, आपके पास सेंटर नंबर निकालना है कि कैसे आया है। तो 5 का स्क्वायर प्लस और 7 का स्क्वायर, ठीक है। 5 का स्क्वायर करते हैं 25 है, 7 का स्क्वायर करते हैं 49 है। तो 9 + 5 14, 14 में गया आपके पास यहाँ पे 1 4 1 5 और 2 6, 4 और 1 5 2 7 74। आगे आपके पास यहाँ पे आगे 6 का स्क्वायर आपके पास प्लस 2 का स्क्वायर है ना। 6 का स्क्वायर बेटा 36 प्लस 2 का स्क्वायर 40 है ना। तो अगर माइनस करते हैं तो 34 आपके पास आ गया। तो यहाँ पे अब आपके पास बना है यहाँ पे 9 का स्क्वायर प्लस 2 का स्क्वायर, ठीक है। और यहाँ पे -7 का स्क्वायर प्लस x का स्क्वायर। डन है बेटा। तो 9 का स्क्वायर 81 प्लस ऑफ 4 85 माइनस ऑफ 40, आपके पास कितना आ गया 9 प्लस ऑफ x। तो अगर मैं x की जगह पे यहाँ पे क्या पुट करूँ, ठीक है। तो अगर मैं यहाँ पे बात करता हूँ आपको यहाँ पे 49 में क्या पुट करूँ कि आपके पास माइनस में 20 आ जाए। तो बाई ऑप्शन से मैं अगर यहाँ पे 4 पुट करता हूँ, ठीक है, बाई ऑप्शन से मैं अगर यहाँ पे 4 पुट करता हूँ तो आपके पास 4 का स्क्वायर आएगा 16। तो इन दोनों को ऐड कर दो, 9 और 6 15, 5 आ जाएगा बेटा। और आपके पास यहाँ पे 4 5 और 6, ठीक है, तो 85 आ जाएगा। तो अगर मैं 16 भरता हूँ जो कि 4 का स्क्वायर है, तो आपके पास यहाँ पे आंसर क्या आएगा 20 आएगा। इसका मतलब यहाँ पे क्या भरा गया था, 4 भरा गया था। 4 का स्क्वायर आप लोगों ने माइनस किया तो आपके पास ये सेटिस्फाइड हो रहा है। सो आंसर इज ए ऑप्शन। चलिए डन। नेक्स्ट क्वेश्चन की तरफ बढ़ते हैं। अगला क्वेश्चन देखते हैं। अगले क्वेश्चन में क्या है, आप लोग काउंटिंग करिए 1 2 3 4 5 6 7 8 9 10 11 12 13 14 15 16 16। अब 16 है तो बेटा इसमें 4 4 के पेयर बना के देखते हैं। 1 2 3 4 1 2 3 4 1 2
3 4 और लास्ट में भी आपके पास 4। तो अब यहाँ पे सीरीज क्या नजर आ रही है, एन एन एम एम एन एन एम एम एन एन एम एम एन एन एम एम। ठीक है, तो अब आपके पास एन एन एम एम। ठीक है, तो अगर मैं बात करता हूं एन एन एम एम, तो लो जी बेटा, अब आपके पास आंसर क्या है, सी ऑप्शन। आंसर क्या है, सी ऑप्शन यहाँ पे आंसर है। लो जी बेटा, ये रहा नेक्स्ट क्वेश्चन। अगले क्वेश्चन में क्या है, कोडिंग डिकोडिंग से है। यहाँ पे क्या लिखा है, चेयरमैन, CHAIRMEN। चेयरमैन का कोड है NEMRCHAI। ठीक है, अगर मैं बात यहाँ पे करता हूँ तो सबसे पहले आपके पास क्या है, यहाँ पे इन तीनों का रिवर्स लिखा गया है। N यहाँ पे आ गया, E यहाँ पे आ गया, M यहाँ पे आ गया, R को सेम पोजीशन पे रखा गया है, CHAI इसको ऐसे लिखा गया है। तो आपके पास यहाँ पे भी वैसे ही करना पड़ेगा, JOURNALS। ठीक है, जर्नल्स। तो आपके पास आखिरी तीन को मतलब था, यहाँ पे आप लोग इन तीनों को रखेंगे ALS। ठीक है, यहाँ पे MEN, यहाँ पे क्या आएगा, अच्छा नहीं आखिरी आएगा SLA आएगा, सॉरी यहाँ पे SLA आएगा, ना कि ये आएगा, उल्टा हो गया, यहाँ पे आएगा SLA। अब देखो बेटा, N का तो N ही आएगा, सिंपल सी बात है, आगे हो ऐसे रख दो JOUR। ठीक है, SLAN SLANJOUR, डी ऑप्शन डायरेक्ट आंसर यहाँ पे बन रहा है, तो डी टिक करोगे। नेक्स्ट अगर बात करता हूं तो अगले क्वेश्चन में क्या है, डायरेक्शन आपके पास गिवन है, 3 of the following 4 are alike in a certain way of the group, which is one that does not belong to the group, boy, cow, girl and out। boy is in a physical quantity, cow is in a physical quantity and आपके पास girl is in a physical quantity, जिसे टच किया जा सकता है। out physical quantity थोड़ी ना है, और वैसे भी ये एक आपके पास इंग्लिश का वर्ड है, बाकी सारे के सारे अलग है, physical quantity है, तो आंसर इज out। नेक्स्ट क्वेश्चन देखते हैं। अगले क्वेश्चन में आपके पास क्या लिखा है, सबसे पहले है, अ गर्ल लीव फ्रॉम हर होम, अपने घर से वो चलती है। ठीक है ना, गर्ल की आपके पास बात चली है। शी फर्स्ट वॉक 30 मीटर नॉर्थ वेस्ट, सबसे पहले उसने आपके पास नॉर्थ वेस्ट, मैं आपके पास यहाँ पे बनाना चाहूंगा कि डायरेक्शन ये रहती है ताकि आपको ये हमेशा याद रहे, नॉर्थ, साउथ, ईस्ट और वेस्ट। तो नॉर्थ वेस्ट, नॉर्थ ईस्ट, साउथ ईस्ट और साउथ आपके पास साउथ वेस्ट। तो आपके पास नॉर्थ वेस्ट की तरफ चली है। ठीक है, और नॉर्थ वेस्ट की तरफ कितनी चली है, 30 मीटर। लो जी 30 मीटर आप लोगों ने यहाँ से यहाँ तक चला। देन आगे क्या है, एंड देन 30 मीटर साउथ वेस्ट। अब साउथ वेस्ट जो है इस तरफ है और 30 मीटर यहाँ से लेकर साउथ वेस्ट तक का आपके पास डिस्टेंस ट्रेवल किया है। देन आगे आपके पास क्या है, नेक्स्ट शी टर्न 30 मीटर साउथ ईस्ट, साउथ ईस्ट की तरफ 30 मीटर। लो जी 30 मीटर। एंड देन आगे आपके पास क्या है, फाइनली शी टर्न टूवर्ड हर होम, विच डायरेक्शन सी इज मूविंग। अब ये अपने घर की तरफ मूव करती है, तो अब इस तरफ जो डायरेक्शन आती है वो कौन सी आती है, नॉर्थ ईस्ट आपके पास आती है। तो आंसर क्या रहेगा, नॉर्थ ईस्ट। अगर इस तरफ आप लोग जब भी जाएंगे तो कौन सी डायरेक्शन में जाएंगे, नॉर्थ ईस्टर्न साइड पे आप लोग यहाँ पे जाएंगे, तो आंसर इज नॉर्थ ईस्ट। चलिए नेक्स्ट क्वेश्चन की बात करते हैं, ये रहा, इन अ क्यू शिखर इज 9th फ्रॉम द बैक। लो जी, शिखर is 9th from the back, बैक का मतलब है लास्ट। ठीक है, अरुण plays 8th from the front, है ना, अरुण plays 8th from the front। निखिल is स्टैंडिंग बिटवीन देम टू, निखिल जो है दोनों के बीच में है, तो यहां निखिल ले लो। ठीक है जी। देन आगे आपके पास क्या है, बट कुड बी द मिनिमम नंबर ऑफ बॉयज स्टैंडिंग इन द क्यू। अब आपसे पूछा गया कि मिनिमम नंबर ऑफ स्टैंडिंग जो है वो आपके पास क्या कैसे निकालना है। तो देखो बेटा, जब भी आपके पास मिनिमम नंबर आता है तो आप लोग इसे इंटरचेंज करके रखते हैं। ये तो एक नॉर्मल था। अब जब भी इंटरचेंज करना है तो कुछ नहीं करना बेटा, आप लोगों ने सिर्फ और सिर्फ यहाँ पे थोड़े से चेंजेस करने। अरुण को यहाँ बिठा लो और आपके पास शिखर को यहाँ बिठा लो। अभी भी ये बेटा आपके पास कौन से प्लेस से रहेगा, 8 से रहेगा, और आपके पास यहाँ पे अभी भी ये कौन से रहेगा, आपके पास 9 से। अब आपके पास यहाँ पे शिखर, निखिल बैठा है बीच में।
अब बेटा इस फॉर्मूला को हम लोग यहाँ पे काम करते हैं, बट विद मिनिमम नंबर ऑफ पोजीशन। तो फॉर्मूला तो अभी भी यही रहेगा, टोटल इज इक्वल टू लेफ्ट प्लस राइट माइनस 1। देखो किसी एक को पकड़ लो, अरुण की पोजीशन हम लोग पकड़ लेते हैं। बेटा अरुण जो था लेफ्ट हैंड से कितना था, अभी भी आपके पास यहाँ पे, और ये राइट हैंड से है। अरुण जो है लेफ्ट हैंड से कितना है आपके पास 8 है, और आपके पास अरुण की ही राइट हैंड से अगर पोजीशन निकालनी तो कैसे निकालेंगे। अब देखो शिखर जो था अगर राइट हैंड से 9 पे था, तो उन दोनों के बीच में एक बंदा है, दोनों अगर ये 9th पे तो उससे पिछली पोजीशन 8वें पे होगी, और उससे और पिछली पोजीशन कितने पे होगी, 7वें पे होगी। आपके पास -1 -1 8 + 7 15, 15 माइनस ऑफ 1 इज इक्वल टू 14। तो डी ऑप्शन डायरेक्ट आप लोगों का आंसर आ जाएगा। डी ऑप्शन डायरेक्ट आप लोगों का यहाँ पे क्या आएगा, आंसर आ जाएगा। डन बेटा। नेक्स्ट देखते हैं अगला क्वेश्चन, फिर से कुछ इसी तरीके का। इन अ रो ऑफ 40 स्टूडेंट, मतलब एक रो में 40 बच्चे बैठे हैं, ये आपको गिवन किया गया है। तो यहां से लेके यहां तक 40 स्टूडेंट हैं। आर इज 5th फ्रॉम द राइट एंड। ठीक है ना, R is 5th from the right end and there are 10 students between R and D। ठीक है, R और D के बीच में आपके पास यहाँ पे 10 बच्चे हैं, ये इसने कहा है। बट इज D's पोजीशन फ्रॉम द लेफ्ट एंड ऑफ द रो। अब आपसे ये पूछा कि D की जो पोजीशन है वो लेफ्ट एंड से कितनी है, ये क्वेश्चन आपके पास है। तो अगर बात यहाँ पे करी जाए, टोटल इज इक्वल टू L + R - 1, डायरेक्ट फॉर्मूला लग जाएगा। अब देखो अगर यहां से लेके यहां तक 5 है, तो 10 और 15 और 16वें पोजीशन पे ये है, तो टोटल आपके पास 40, और ये तुम्हें निकालना है। और यहाँ पे 16 माइनस ऑफ 1 इज इक्वल टू आपके पास 15 और 40। तो आपके पास लेफ्ट साइड से कितना आ जाएगा, यहाँ पे 25। ठीक है ना, 15 30 25 डायरेक्ट आंसर आ जाएगा, बात खत्म। होपफुली बात आपको क्लियर है। चलिए जी नेक्स्ट क्वेश्चन की बात करते हैं। अगला क्वेश्चन ये है, हाउ मेनी डेज विल देयर बी फ्रॉम 26 जनवरी 2004, 26 जनवरी 2004 टू 15 मई 2004। अच्छा, अब बोथ डे आर इंक्लूडेड, मतलब ये 26 जनवरी भी इंक्लूड करना है और 15 भी आप लोगों को इंक्लूड करना है। तो चेक करते हैं। देखो 26 से चले ना, 26 काउंट किया, 27 28 29 30 31। तो आपके पास जनवरी के कितने दिन आ गए, मैं यहाँ पर पूरा लिख देता हूँ। जैन में आपके पास दिन आ गए 6। अब 2004 था तो फरवरी में कितने आएंगे, 29। फेब में कितने आएंगे, 29। फेब में आपके पास 29 दिन आएंगे। मार्च में 31, अप्रैल में 30 और मई के 15। इन सभी को ऐड करना था। तो देखो 9 और 1 10, 10 और 5 15, 15 और 6 21, 21 का आ गया 1, 2 यहाँ चला गया, 2 + 2 4, 4 + 3 7, 7 + 3 10, 10 और 1 11, 111। तो 111 दिन आपके पास यहाँ पे बनेंगे। तो आंसर इज 111। डन। चलिए अब ये रहा नेक्स्ट क्वेश्चन। अगले क्वेश्चन की बात करते हैं। स्टडी द डायग्राम गिवन बिलो एंड आंसर दिस क्वेश्चन। आई स्टैंड फॉर इंडियन, आपके पास इंडियन। एस स्टैंड फॉर साइंटिस्ट, ठीक है, एंड पी स्टैंड फॉर पॉलिटिशियन। ठीक है, अब देखो ये उसने आपके पास यहाँ पे मेजरमेंट दे रखी थी। अब पूछा क्या है, द रीजन विच रिप्रेजेंट द इंडियंस। इंडियंस मतलब ये बात हो रही है हु आर पॉलिटिशियन, वो क्या होने चाहिए, पॉलिटिशियन होने चाहिए, बट नॉट साइंटिस्ट। मतलब ये हिस्सा आपको नहीं चाहिए, ये काट दो, ये तो आपको चाहिए ही नहीं, ये नहीं चाहिए आपको, बाकी बचा हुआ चाहिए था। अब इंडियन भी चाहिए और आपके पास इंडियन जो कि आपके पास पॉलिटिशियन है, तो इंडियन और पॉलिटिशियन में ये बी ही कॉमन निकल के आएगा। तो डी ऑप्शन आपका आंसर आ जाएगा। ठीक है ना, डी फॉर दिल्ली आपका आंसर यहाँ पे बी बॉम्बे आ जाएगा। चलिए नेक्स्ट क्वेश्चन की बात करते हैं। अगला क्वेश्चन देखते हैं। अगला है साइलोजिज्म से। चेक करते हैं। ऑल पीपल आर ग्रास ऑपर, सारे के सारे पीपल क्या हैं, ग्रास ऑपर हैं। ठीक है जी, एंड सम ग्रास ऑपर आर क्लाउड,
ठीक है, एंड सम क्लाउड आर बोटल्स, सम क्लाउड आर बोटल। ठीक है, तो सबसे पहले है सम बोटल आर ग्रास हॉपर, सम बोटल आर ग्रास हॉपर गलत। सम क्लाउड आर पीपल, सम क्लाउड आर पीपल को रिलेशन नहीं है बेटा, गलत। अगला क्या है, नो पेन इज क्लाउड, पूरे के पूरे पेन क्लाउड नहीं है। अगला है ऑल पेन आर बोटल, ऑल पेन आर बोटल, ऑल पेन आर बोटल गलत। लो जी बेटा, सारे के सारे यहाँ पे गलत। अगर चारों के चारों गलत है तो फिर भी हम एक बार के लिए चेक करते हैं कि आइदर केस ना हो। चलिए चेक करते हैं। आइदर लिखा है ओनली 2 और 3 फॉलो। 2 में है क्लाउड आर पेन और 3 में है पेन आर क्लाउड। पॉजिटिव नेगेटिव पेयर भी सेम है और आपके पास वेरिएबल भी है, तो आंसर बनेगा बी फॉर बॉम्बे। ओनली आइदर 2 और 3 फॉलो, इन दोनों में से कोई एक रहेगा। चलिए, तो होपफुली यहाँ तक आपको अच्छे से क्लियर हुआ होगा। जुड़ने के लिए बहुत बहुत धन्यवाद, थैंक यू। हेलो दोस्तों, स्वागत है आप सबका ज्ञानम के ऑनलाइन लर्निंग प्लेटफॉर्म पर। और आज की सेशन में हम डिस्कस करने वाले हैं आपके वीकली मॉक टेस्ट का क्वांट के पार्ट का सॉल्यूशन। मॉक नंबर है आपका 78। चलिए स्टार्ट करते हैं अपने फर्स्ट क्वेश्चन के साथ। देखिए फर्स्ट क्वेश्चन में क्या बोला गया है, आउट ऑफ द 3 एनुअल एग्जामिनेशन ईच विद ए टोटल ऑफ 500 मार्क्स, ए स्टूडेंट स्कोर एवरेज मार्क्स ऑफ 45% एंड 55% इन द फर्स्ट एंड द सेकेंड एनुअल एग्जाम to have an overall average of 60%, how many marks does the student need to score in the third annual exam? देखो टोटल उसका एग्जाम 500 का है और 3 एग्जाम है, तो मतलब टोटल कितने बनेंगे, 1500 बनेंगे, 500 इंटू 3। अब 1500 का उसको 60% स्कोर करना था ऑन एन एवरेज। 60% से 20 कैंसिल, 15 इंटू 6 90, मतलब उसको अटेम्प्ट टोटल कितना स्कोर करना था, 900 स्कोर करना था। कितना वो ऑलरेडी कर चुका है, 45% प्लस 55%। देखो 45% किसका, 500 का, 55% भी किसका, 500 का। अगर मैं दोनों को ऐड करके 500 कॉमन लूं तो ये टोटल 100% हो गया ना, और 100% मतलब वो अब तक 500 स्कोर कर चुका था। 500 स्कोर कर चुका है, 900 करना था, तो माइनस करेंगे तो थर्ड सब्जेक्ट में उसको कितना स्कोर करना पड़ेगा, 400 करना पड़ेगा। ऑप्शन बी इस क्वेश्चन का राइट आंसर होगा। चलिए नेक्स्ट क्वेश्चन। नेक्स्ट क्वेश्चन में क्या कह रहा है, व्हेन 30% ऑफ ए नंबर इज एडेड टू अनदर नंबर द सेकेंड नंबर इंक्रीज टू इट्स 140%। देखो अब क्या कह रहा है कि वो अगर आप एक नंबर का 30%, मान लिया हमने कोई एक नंबर x है, उसका 30% ऐड किया आपने, अब दूसरे नंबर में ऐड करते ही वो कितना हो गया, 140%। मतलब एक्चुअल नंबर 100 था, उसमें 40% का और इंक्रीज हो गया। तो मतलब हम कह सकते हैं कि 30% की वजह से जो दूसरे नंबर पे असर पड़ा है वो 40% का पड़ा है। तो मतलब फर्स्ट नंबर का 30% और सेकंड नंबर का 40% क्या है, बराबर है। ये इससे कैंसिल, तो 3x इज इक्वल टू 4y, और यहां से x और y का रेशियो पूछा था आपसे, तो 4:3। ऑप्शन डी इस क्वेश्चन का राइट आंसर होगा। चलिए नेक्स्ट क्वेश्चन। इन एन एग्जामिनेशन 70% कैंडिडेट पास्ड इन प्रीलिम्स एंड 75% इन मेंस। देखो 70 प्लस 55, 70 प्लस 55 और 62 दोनों में पास है। ठीक है, 62 दोनों में पास है। अगर इनको ऐड करेंगे तो देखो कितना बनेगा, 125 माइनस 62। ठीक है, ये कितना मिलेगा, 63। मतलब ये 63% की वैल्यू हमारे पास आ गई। उसने पूछा क्या, देन व्हाट परसेंट ऑफ द कैंडिडेट फेल्ड इन बोथ द एग्जाम। मतलब ये 63% ऐसे थे जो कहीं ना कहीं आपके पास हुए थे। तो 100 माइनस 63, 37% ऐसे बच्चे हैं जो दोनों सब्जेक्टों में फेल हुए थे। ठीक है, दोनों एग्जाम्स में फेल हुए थे, सॉरी। नेक्स्ट क्वेश्चन। नेक्स्ट क्वेश्चन में क्या कह रहे हैं, पंकज वेंट टू द पोस्ट ऑफिस एट द स्पीड ऑफ 60 किलोमीटर पर आवर। While returning for his home, he covered the half of the distance at the speed of 100 km per hour, but suddenly he realized that he was getting late, so he increased the speed and reached home by covering the rest half of the distance at the speed of 30 km per hour. The average speed of the Pankaj in the whole length of the journey. तो पूरे की एवरेज स्पीड, देखो एवरेज स्पीड क्या होता है, टोटल डिस्टेंस डिवाइड बाय टोटल टाइम। मैं टोटल डिस्टेंस को 100 मान लेता हूँ, तो 100 किलोमीटर वो गया और 100 किलोमीटर वो पूरा ही वापस आया। ठीक है, तो आने और जाने का जो टोटल डिस्टेंस है वो कितना हो गया, 200 हो गया। ठीक है, अब
जो टोटल टाइम मतलब जो फर्स्ट 100 है वो उसने 60 के साथ कवर किया जाते हुए, वापिस आते हुए उसने 50 किलोमीटर का डिस्टेंस 10 की स्पीड के साथ और बाकी बचा हुआ 50 किलोमीटर का डिस्टेंस 30 की स्पीड के साथ कवर किया है। ठीक है, बस अभी इस कैलकुलेशन को अपने को सॉल्व करना है। देखो सॉल्व करेंगे, ये 0 से ये 0 कैंसिल, तो ऊपर तो क्या हो गया आपका 200 हो गया। अब देखो 6 और 3 का एलसीएम लेंगे तो 6 ही होगा, ये ऊपर मल्टीप्लाई हो जाएगा, तो ये एज इट इज कितना रहा 10, ये 6 हो जाएगा, 6 इंटू 5 कितना हो जाएगा 30 प्लस ये कितना हो जाएगा, ठीक है क्योंकि 3 से डिवाइड करें 10, तो देखो ये कितना बन गया 40 बन गया, 40 से इसको डिवाइड करोगे सॉरी 50 बन गया, 50 से डिवाइड करेंगे 4, तो 6 इंटू 4 24, ऑप्शन बी हमारा इस क्वेश्चन का राइट आंसर। आई होप क्लियर होगा ये क्वेश्चन भी। चलो नेक्स्ट क्वेश्चन में क्या कह रहा है, इफ बुक्स परचेज एट द प्राइस ऑफ 200 to 350, कह रहा है बुक 200 रुपए से लेकर 350 रुपए तक खरीदी जा सकती है एंड सोल्ड एट द प्राइस रेंजिंग फ्रॉम 300 to 425। देखो उसके बाद पूछा क्या, व्हाट इज द ग्रेटेस्ट पॉसिबल गेन, मतलब ज्यादा से ज्यादा प्रॉफिट। ज्यादा से ज्यादा प्रॉफिट तभी होगा ना जब वो खरीदे तो मिनिमम प्राइस पे और सेल कर दे मैक्सिमम प्राइस पे, तो मतलब कितने का प्रॉफिट, एक बुक के ऊपर 225 रुपए का। उसने पूछा कितने के ऊपर है, 8 के ऊपर है। ठीक है, अब ये कितना हो जाएगा, 8 दूनी 1600 और 1800, तो 1800 मतलब ऑप्शन डी इस क्वेश्चन का राइट आंसर। चलिए नेक्स्ट क्वेश्चन क्या कह रहा है, बाय सेलिंग 100 बनानास ए फ्रूट सेलर गेन द सेलिंग प्राइस ऑफ 20 बनानास। देखो प्रॉफिट क्या होता है, एसपी माइनस सीपी। अगर उसने 100 आर्टिकल सेल किए हैं तो एसपी ऑफ 100 है, तो यहां जो सीपी है वो भी कितने का होगा, 100 का ही होगा। एसपी ऑफ 100 माइनस सीपी ऑफ 100 इज इक्वल टू एसपी ऑफ 20। एसपी को एक साइड कर लो, एसपी ऑफ 80 सीपी को दूसरी एक साइड कर लेते हैं, तो सीपी ऑफ 100। तो यहां से अगर मैं सीपी और एसपी का रेशियो बनाता हूं तो ये 80 डिवाइड बाय 100 बनेगा। मतलब देखो 20 का प्रॉफिट हुआ आपको 80 के ऊपर 1/4 और 1/4 मतलब 25%। इसी क्वेश्चन को डायरेक्ट आप ऐसे भी कर सकते हो कि जो सेलिंग प्राइस दे रखा है वो ऊपर आ जाएगा, दोनों का डिफरेंस कर दो 1/4, डायरेक्ट आंसर आ जाएगा। बेसिक से कैसे करते हैं वो भी मैंने आपको बता दिया पूरा। ए कैन डू ए सर्टेन जॉब इन 25 days while बी इन 20 days। 25 और 20 इनका एलसीएम लेंगे तो 100 होगा, 100 होगा तो ए की एफिशिएंसी कितनी है, 4 है। ए की एफिशिएंसी 4 है तो बताओ बी की एफिशिएंसी कितनी होगी, 5 होगी। जो एलसीएम है वही टोटल वर्क है आपका। ए स्टार्ट द वर्क एंड जस्ट वॉज ज्वाइन बाय बी आफ्टर 10 days। तो ए ने 4 एफिशिएंसी से 10 days में कितना वर्क किया, 40। तो 100 में से 40 वर्क हो गया, बचा कितना 60, और ये दोनों मिलकर करेंगे तो 3 से डिवाइड करेंगे 20/3 मतलब 6/2/3। तो 10 days पहले लगे थे, 6/2/3 अब लगे हैं, तो टोटल टाइम कितना हो गया 16/2/3 days। ऑप्शन डी इस क्वेश्चन का आपका राइट आंसर होगा। चलिए नेक्स्ट, द डिस्टेंस बिटवीन two places R and S is 42 km. Anita starts from R with a uniform speed of 4 km/h towards S, and at the same time Romita starts from S towards R also with the same uniform speed. They meet each other 6 hours। देखो 42 किलोमीटर का डिस्टेंस 6 घंटे में कवर किया, मतलब रिलेटिव स्पीड कितनी थी 7। अपोजिट डायरेक्शन है, अगर एक की स्पीड 4 है तो दूसरे की स्पीड कितनी होगी 3 होगी, तो ऑप्शन सी आपका राइट आंसर होगा। चलिए, इफ द रेशियो ऑफ द एरिया ऑफ 2 स्क्वायर्स कितना है 225 और 256। ठीक है, अगर साइड का रेशियो कैलकुलेट करेंगे तो 15:16 हो जाएगा। पेरीमीटर पूछा था तो इंटू 4 हो जाएगा। ठीक है, फिर द रेशियो ऑफ देयर पेरीमीटर, जब पेरीमीटर कैलकुलेट करेंगे तो 4 से 4 तो कैंसिल हो जाएगा, तो 15:16 हमारा इस क्वेश्चन का राइट आंसर होगा। चलिए नेक्स्ट में क्या कह रहा है, इफ द लेंथ width and height of a rectangular parallel pipes are in the ratio 6:5:4 and if the total surface area is 33,300, इसको डायरेक्ट कह लो,
33,300 रुपये। देन द लेंथ, विड्थ एंड हाइट। देखो सबसे पहले तो ये देखो कि इन तीनों का रेशियो कितना है, 6:5:4 है। मतलब आपका ये नंबर 4 से डिवाइड होना चाहिए, ये नंबर 6 से, और सेंटर वाला नंबर 5 से। देखो 4 से तो आपका 70 डिवाइड नहीं होता, तो ऑप्शन सी तो आपका आंसर हो नहीं सकता। ठीक है, 6 से आपका ऑप्शन बी डिवाइड नहीं होता, तो ये आपका आंसर नहीं हो सकता। ठीक है, अब हमारा आंसर है या तो 90, 85 और 60, ठीक है, या फिर 90, 75 और 60, क्योंकि अब बी से 5 से दोनों ही नंबर डिवाइड होते हैं, तो यहां से तो नहीं बता पाएंगे अब हम। ठीक है, अब आप या तो एक तरीका ये कर सकते हो कि यहां से मल्टीप्लाई करके देख लो कि आंसर इसके आसपास किस केस में पहुंचेगा। अदरवाइज दूसरा तरीका क्या है, देखो ये 6x, ये 5x और ये 4x। बहुत बार ऐसा होता है कि 4 में से 3 ऑप्शन एलिमिनेट हो जाते हैं। ठीक है, अब यहाँ पे सिर्फ 2 ही हुए। देखो टोटल कर्व सरफेस एरिया ट्वाइस ऑफ 6 × 5 30x प्लस 5 × 4 20x प्लस 6 × 4 24x, और सबके साथ x स्क्वायर होगा, सॉरी, इज इक्वल टू 33300। 2 से डिवाइड करेंगे तो पहले 1 पे डिवाइड करेगा, फिर 6 पे, देखो ये 16 बन जाएगा, फिर 6 पे करेगा, फिर 5 और फिर 0। ठीक है, 3 + 2 5, 5 + 2 7, तो 74x² इज इक्वल टू 16650। तो x स्क्वायर की वैल्यू अगर हम यहाँ से कैलकुलेट करें 16650 डिवाइड बाय 74, 2 से डिवाइड करेंगे तो 37 पे डिवाइड कर रहे हैं, 2 से डिवाइड करेंगे तो 8 3 2 5। ठीक है, अब 37 से डिवाइड करेंगे तो सबसे पहले तो 2 पे डिवाइड करेगा, 74, उसके बाद फिर 2 पे डिवाइड करेगा, फिर 5 पे। तो x स्क्वायर 225 है, तो x की वैल्यू क्या होगी 15, तो मतलब ये 75 वाला आ जाएगा। तो ऑप्शन डी इस क्वेश्चन का आपका राइट आंसर होगा। चलिए नेक्स्ट क्वेश्चन क्या कह रहा है, द रेशियो ऑफ 1/3 ऑफ 9.30 एंड 0.6 × 1.55। देखो इस पॉइंट से ये पॉइंट तो वैसे ही कैंसिल हो जाएगा आपका, 3 से इसको डिवाइड करेंगे तो ये इसको 31 पे करेगा, और ये 0 भी है वैसे तो। 31 से इसको डिवाइड करेंगे, ये 10 और ये 5, इसको 310 310 हो जाएगा, और 155 से डिवाइड करेंगे तो इसको 2 पे ही डिवाइड करेगा। एक सेकेंड, अच्छा ये 0.6 भी था। ठीक है, इसको डिवाइड करेंगे तो ये 2 पे डिवाइड करेगा, इसको ये कितना बन जाएगा 10, 2 से डिवाइड करेंगे 3, तो 10:3, 10:3, ऑप्शन बी आपका राइट आंसर होगा, ऑप्शन बी। A bag contains 3 red, 5 yellow and 4 green balls. 3 balls are drawn random. What is the probability that the balls drawn contains no yellow ball? No yellow ball, तो मतलब या तो रेड है या ग्रीन है, तो 7c3 डिवाइड बाय 12c3, तो ये हो जाएगा 7 × 6 × 5 डिवाइड बाय 12 × 11 × 10। 5 से डिवाइड करेंगे 2, 6 से डिवाइड करेंगे 2, तो 7/44, ऑप्शन ए इस क्वेश्चन का राइट आंसर हो। एट R% per annum ए सम डबल आफ्टर 20 years द रेट ऑफ इंटरेस्ट। देखो डबल हो रहा है, तो डबल होने का मतलब है कि 100% है, और सिंपल इंटरेस्ट क्या होता है, R × T होता है। तो 20 आपको दे रखा है, R निकालना है, तो इसको 5 पे डिवाइड करेगा, तो ऑप्शन बी आपका राइट आंसर हो गया। सिंपल इंटरेस्ट और कुछ नहीं, सिंपली आपका क्या होता है R × T%। आई होप ये सभी क्वेश्चन क्लियर होंगे। अगर किसी भी क्वेश्चन में कोई डाउट कंफ्यूजन है तो आप कमेंट बॉक्स में बता सकते हैं। तो मिलते हैं नेक्स्ट वीडियो में, तब तक के लिए टेक केयर। Hello everybody, welcome to this mock by Gyanam. Let us see what we have in store as per this mock. सबसे पहले आपके पास एक कॉम्प्रिहेंशन पैसेज है, इसको ध्यान से देखेंगे तो क्या पता लगेगा। स्पीच जो है मोस्ट एडवांस का फॉर्म है कम्युनिकेशन का, बहुत अदर वेज भी कम्युनिकेटिंग के, बिना स्पीच के सिग्नल, साइन, सिंबल, जेस्टर्स सब एक तरह से कल्चर में जाने जाते हैं। बेसिक फंक्शन सिग्नल का है इम्पिंज करे एनवायरनमेंट को सच अ वे दैट कि वो अट्रैक्ट करे अटेंशन को, जैसे डॉट्स एंड डैशेस ऑफ अ टेलीग्राफ सर्किट। कोडेड रेफर टू स्पीच की बात करें तो पोटेंशियल फॉर कम्युनिकेशन इज वेरी ग्रेट, बहुत कम अडेप्टेबल है, कोडिफिकेशन ऑफ वर्ड साइंस और कंटेन करता है मीनिंग और आपस में। एक स्टॉप साइन की बात करें, वो कन्वे करता है क्विकली और कन्वीनियंटली। सिंबल्स जो है मोर डिफिकल्ट टू डिस्क्राइब है सिग्नल्स और साइन से,
बिकॉज ऑफ देयर, उनका जो रिलेशनशिप है इन्वायरमेंट के साथ उसके करके। फिर वो बोलता है सिंब अपना, उसके बाद बोलता है कि अपलॉडिंग जैसे थिएटर प्रोवाइड करती है ऑडिटरी सिंबल ऑफ अप्रूवल, जेस्टर्स जो है वो करते हैं आपके कल्चरल मैसेजेस, राइट, वेविंग हैंडशेकिंग, सिग्नल साइन सिंबल जेस्टर सब कुछ यूजफुल है। उनका मेजर डिसएडवांटेज भी है, वो अलाउ नहीं करते आइडियाज को शेयर किया जाए सेंटर के बीइंग डायरेक्टली एडजेसेंट होने के। उसके रिजल्ट से कम्युनिकेशन जो अटेंड किया जाता है लॉन्ग डिस्टेंस और एक्सटेंडेड पीरियड्स के लिए वो स्पीच पे बेस्ड होता है। रेडियो, टेलीविजन, टेलीफोन, ये कुछ एग्जांपल्स हैं उसके। ये आपका बेस्ट टाइटल क्या होगा? ऑब्वियसली इसका टाइटल हो जाएगा कम्युनिकेशन, ये सारा कुछ कवर कर रहा है। ऑथर स्पीच के बारे में क्या कहता है? नेसेसरी है, एडवांस्ड फॉर्म ऑफ कम्युनिकेशन है सबसे ज्यादा। सिग्नल क्या है? मोस्ट डिफिकल्ट फॉर्म ऑफ कम्युनिकेशन दैट इंटरप्ट्स द एनवायरनमेंट, ये भी डायरेक्ट गिवन था आपके पास। नेक्स्ट, इम्पिंज अपॉन का मतलब क्या है? इम्पिंज ऑन का मतलब हो जाएगा कि ये इंट्रूड कर रहा है। नेक्स्ट, इट का मतलब सिग्नल था, लाइन डायरेक्टली दिया हुआ था, सिग्नल की बात हो रही थी। उसके क्राफ्टीनेस की वजह से सक्सेस मिला, लेकिन फ्रेंड्स जो है वो लूज हो गए। ऑपोजिट, क्राफ्टीनेस इज तेज, उसका ऑपोजिट क्या हो गया? सिंपलिसिटी। क्राफ्टीनेस होता है ना बनावटी पर्सन जो थोड़ा होता है, तो उसका ऑपोजिट क्या हो गया? सिंपलिसिटी। अगला वर्ड है आपके पास कंसाइंटियस। कंसाइंटियस का ऑपोजिट क्या हो जाएगा? बड़ा केयरलेस सा जो चल रहा हो, केयर फ्री नहीं। लाइक द एक्सपर्ट मेसन रिपोर्टेड टू द ओनर ऑफ द होटल दैट देयर वाज नो क्वेश्चन ऑफ वॉल्स फॉलिंग डाउन, तो फॉलिंग डाउन ऑफ वॉल हो जाएगा, इसमें एरर। नेक्स्ट, टीचर ड्रू एन अटेंशन ऑफ द बॉयज टू द इंपॉर्टेंस ऑफ रेगुलर प्रैक्टिस। अटेंशंस होता है? नहीं सर, अटेंशंस वर्ड तो नहीं सुना। जिनका प्लूरल नहीं बनता गाइस, उनके साथ अ एन नहीं लगता, हेंस वी कैन से दैट इसमें से एन ओमिट होगा। आंसर आपका ये। डोंट स्टे आउट लेट, कम होम सून। अभी देखो बाहर देर तक नहीं रहना है, आपको जल्दी घर आना है, तो जल्दी को क्या बोलते हैं? अर्ली। सिंस ही हैड अप्रूव्ड द प्रपोजल ही हैड टू फेस द म्यूजिक। फेस द म्यूजिक का मतलब होता है कौन अपने पे ब्लेम लेगा, कौन अपना खतरे को मोल लेगा, राइट। मराठा टॉट इंग्लिश लिटरेचर। अभी ये मार्था की बात हो रही है, मराठा कह रहा था। मार्था टॉट इंग्लिश लिटरेचर, राइट। अब ये क्या बोल रहा है कि आपको इसका अरेंजमेंट देना है। अब अरेंजमेंट से स्टार्ट करें तो पता लगेगा शी वुड इन्वॉल्व देम कौन है पता नहीं। हर स्टूडेंट्स वर, हाँ हो सकता है। दिस वे द स्टूडेंट्स तो अभी आए नहीं है। दे फेल स्टूडेंट्स, तो क्यू से स्टार्ट होगा, दो हैं। क्यू के बाद पी या एस? क्यू के बाद अगर मैं पी लगाता हूँ शी वुड इन्वॉल्व देम इन द रो प्लेस, यंग लर्नर्स, और एस लगाता हूँ दे फेल इनटू द एज ग्रुप। पहले उनके बारे में बताएगा तभी तो रोल प्ले में आएंगे। तो क्यू एस पी आर इज द करेक्ट फॉर्मेशन, राइट। एंड इसके बाद क्या है? इसके बाद है, हाँ दैट्स इट। आई होप यू गॉट दिस थिंग। वी शैल बी वेटिंग इन द फर्दर क्लासेस फॉर